ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਜਿਹੜੀ ਚੀਜ਼ ਤੁਸੀਂ ਸ਼ੁਰੂਆਤ 'ਚ ਕਹੀ ਸੀ ਕਿ ਅਸੀਂ ਸੱਚੀ ਨਹੀਂ ਸੋਚਦੇ ਕਿ ਜਿਹੜੀਆਂ ਔਰਤਾਂ ਘਰੇ ਨੇ ਉਹ ਥੱਕ ਸਕਦੀਆਂ ਨੇ। ਸਿਰਫ ਫਰਕ ਇੰਨਾ ਆ ਵੀ ਉਹਨਾਂ ਨੂੰ ਪੈਸੇ ਮਿਲਦੇ ਨੇ, ਤੁਹਾਨੂੰ ਨਹੀਂ ਮਿਲਦੇ, ਸਗੋਂ ਤੇ ਤੁਸੀਂ ਘਰਦਿਆਂ ਦੇ ਪੈਸੇ ਬਚਾਉਣ 'ਚ ਹੈਲਪ ਕਰਦੇ ਹੋ। ਸੋ ਤੁਸੀਂ ਤਾਂ ਬਹੁਤ ਜ਼ਿਆਦਾ ਕੰਟਰੀਬਿਊਟ ਕਰ ਰਹੇ ਹੋ। ਲੋਕਾਂ ਨੂੰ ਆਦਤ ਹੁੰਦੀ ਆ ਦੱਸਣ ਦੀ ਵੀ ਉਹ ਇੰਨੀ ਪੜ੍ਹੀ ਹੋਈ ਆ, ਨੌਕਰੀ ਕਰਦੀ ਆ। ਉਦੋਂ ਤਾਂ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਆਹ 1-2 ਮਹੀਨੇ ਮੈਂ ਲੁੱਕ ਹੀ ਜਾਵਾਂ ਕਿਤੇ। ਹੋ ਸਕਦਾ ਵੀ ਮੈਂ ਸਿਰਫ ਆਪਣੇ ਇੰਟਰਸਟ ਲਈ ਪੜ੍ਹ ਰਹੀ ਹਾਂ, ਮੈਨੂੰ ਵੈਸੇ ਹੀ ਪੜ੍ਹਾਈ ਚੰਗੀ ਲੱਗਦੀ ਆ, ਪਰ ਮਤਲਬ ਜੌਬ ਕਰਨਾ ਮੇਰੀ ਪਹਿਲ ਨਹੀਂ ਹੈਗੀ। ਥੋੜਾ ਕੁ ਟਾਈਮ ਵੀ ਤੁਸੀਂ ਕੰਮ ਛੱਡ ਕੇ ਘਰੇ ਬੈਠ ਜਾਓ, ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵਾ ਵੀ ਮੈਨੂੰ ਸਾਰੇ ਪਹਿਲਾਂ ਵਾਂਗੂ ਉਵੇਂ ਰਿਸਪੈਕਟ ਨਹੀਂ ਦੇ ਰਹੇ, ਇੰਪੋਰਟੈਂਸ ਨਹੀਂ ਦੇ ਰਹੇ ਹੈਗੇ, ਹੈ ਨਾ। ਜਿਹੜੇ ਘਰੇ ਵੀ ਬੈਠਾ ਬੰਦਾ ਉਹ ਘੱਟੋ ਘੱਟ ਤੁਹਾਨੂੰ 30-35 ਹਜ਼ਾਰ ਦੀ ਮਦਦ ਆ ਜਿਹੜੀ ਉਹ ਘਰ ਦੇ ਕੰਮ ਕਰਕੇ ਦੇ ਰਿਹਾ। ਮੈਂ ਬਹੁਤ ਛੋਟੀ ਸੀਗੀ, ਅਸੀਂ ਪਾਪਾ ਦੇ ਕਿਸੇ ਦੋਸਤ ਦੇ ਘਰ ਗਏ ਤਾਂ ਮੈਂ ਉਹ ਚਾਚੀ ਜੀ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ। ਉਹ ਘਰੇ ਮੱਝਾਂ ਵੀ ਸਾਂਭਦੇ ਸੀ, ਉਹਨਾਂ ਦੀ ਇੰਨੀ ਖੇਤੀ ਸੀਗੀ। ਮੈਂ ਹੈਰਾਨ ਸੀ ਵੀ ਕੋਈ ਜਨਾਨੀ ਇੰਨੀ ਅਪ ਟੂ ਡੇਟ ਕਿਵੇਂ ਹੋ ਸਕਦੀ ਆ, ਹੈ ਨਾ। ਤਾਂ ਲੋਕ ਤੁਹਾਨੂੰ ਐਂ ਪੁੱਛਣ ਲੱਗ ਜਾਂਦੇ ਨੇ ਵੀ ਮਤਲਬ ਘਰੇ ਬੈਠੀ ਆ ਤੂੰ, ਘਰੇ ਬੈਠੀ ਆ ਤੂੰ। ਆਪਾਂ ਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਘਰੇ ਬੈਠਾ ਵਾ ਉਹ ਮਤਲਬ ਕਿਸੇ ਗਿਣਤੀ 'ਚ ਆਉਂਦਾ ਹੀ ਨਹੀਂ ਆ। ਤੋ ਜਾ ਕੇ ਕਹਿੰਦਾ ਵੀ ਆਹ ਕੀ ਹੋਇਆ ਪਿਆ, ਵੀ ਭਾਂਡੇ ਰਸੋਈ ਤੱਕ ਆਏ ਪਏ ਨੇ, ਵੀ ਬੱਚੇ ਇੱਕ ਦੂਜੇ ਦਾ ਕੁੱਟ ਟਾਪਾ ਕਰੀ ਜਾ ਰਹੇ ਨੇ ਤੇ ਪੂਰਾ ਘਰ ਮਤਲਬ ਕਵਾੜਾ ਬਣਾਇਆ ਪਿਆ। ਵੀ ਤੂੰ ਕੀ ਕਰਦੀ ਸੀ? ਉਹ ਕਹਿੰਦੀ ਮੈਂ ਅੱਗੇ ਪਿੱਛੇ ਸਾਰਾ ਦਿਨ ਆਹੀ ਕਰਦੀ ਹੁੰਦੀ ਸੀ। ਸੋ ਜਿਹੜੀਆਂ ਔਰਤਾਂ ਘਰ ਰਹਿੰਦੀਆਂ ਨੇ, ਮੈਨੂੰ ਲੱਗਦਾ ਵੀ ਉਹਨਾਂ ਦੀ ਲਾਈਫ ਆਪਣੇ ਨਾਲੋਂ ਜ਼ਿਆਦਾ ਸਟਰਗਲਿੰਗ ਹੁੰਦੀ ਆ, ਜ਼ਿਆਦਾ। ਫਲਾਣੀ ਤਾਂ ਮੌਜ ਕਰਦੀ ਆ ਘਰੇ ਯਾਰ, ਪੱਖਾ ਛੱਡ ਕੇ ਪਈ ਰਹਿੰਦੀ ਆ, ਜਦ ਕਿ ਸੱਚੀ ਬੰਦਾ ਪੱਖਾ ਛੱਡ ਕੇ ਪੈ ਸਕਦਾ, ਔਰਤ ਨਹੀਂ ਪੈ ਸਕਦੀ ਕਦੇ ਵੀ। ਤੇ ਉਹ ਮੈਨੂੰ ਡਾਇਲੌਗ ਪੂਰੀ ਫਿਲਮ 'ਚੋਂ ਚੇਤੇ ਰਹਿੰਦਾ। ਉਹ ਕਹਿੰਦੀ ਵੀ ਮੇਰੇ ਨਾਲੋਂ ਚੰਗਾ ਤਾਂ ਪ੍ਰੈਸ਼ਰ ਕੁੱਕਰ ਆ ਮਾਲਤੀ, ਵੀ ਜਦੋਂ ਗੁਬਾਰ ਭਰ ਜਾਂਦਾ ਘੱਟੋ ਘੱਟ ਇਹ ਚੀਕਦਾ ਲੈਂਦਾ ਨਾ, ਚਲਾ ਤਾਂ ਲੈਂਦਾ। ਸੇਮ ਜਿਹੜੀਆਂ ਜਨਾਨੀਆਂ ਘਰੇ ਰਹਿੰਦੀਆਂ ਨੇ ਉਹ ਇਹ ਵੀ ਨਹੀਂ ਕਹਿ ਸਕਦੀਆਂ ਵੀ ਹੁਣ ਮੇਰਾ ਤਾਂ ਡਿਊਟੀ ਦਾ ਟਾਈਮ ਹੋ ਗਿਆ, ਮੈਂ ਨਹਾ ਕੇ ਚੱਲੀ, ਜੋ ਰਹਿ ਗਿਆ ਤੁਸੀਂ ਆਪਣਾ ਆਪੇ ਹੀ ਕਰ ਲਿਓ, ਹੈ ਨਾ। ਤੇ ਰਿਸ਼ਤੇਦਾਰ ਵੀ ਪੁੱਛਣ ਲੱਗ ਜਾਂਦਾ ਤੂੰ ਅੱਛਾ ਫਿਰ ਘਰੇ ਹੀ ਹੁੰਨੀ ਆ, ਫਿਰ ਨੌਕਰੀ ਦਾ ਕਦੇ ਨਹੀਂ ਸੋਚਿਆ ਹੈਗਾ? ਅੱਛਾ ਫਿਰ ਪੜ੍ਹ ਲਿਖ ਕੇ ਘਰੇ ਬਹਿ ਗਈ ਹੈ। ਪਹਿਲੀ ਬਿਮਾਰੀ ਤਾਂ ਲੋਕਾਂ 'ਚ ਇਹੀ ਹੈ ਕਿ ਉਹਨਾਂ ਨੂੰ ਘਰੇ ਰਹਿੰਦੀ ਜਨਾਨੀ ਚਾਹੇ PhD ਹੋਵੇ ਉਹਨਾਂ ਨੂੰ ਪੜ੍ਹੀ ਲਿਖੀ ਨਹੀਂ ਲੱਗਦੀ। ਮੈਨੂੰ ਕੱਪੜੇ ਦੀ ਕੀ ਲੋੜ ਆ, ਮੈਂ ਕਿਹੜਾ ਘਰ ਤੋਂ ਬਾਹਰ ਜਾਂਦੀ ਆ, ਜਾਂ ਮੈਨੂੰ ਕਾਰ ਮੋਟਰਸਾਈਕਲ ਚਲਾਉਣ ਸਿੱਖਣ ਦੀ ਕੀ ਲੋੜ ਆ, ਮੈਂ ਕਿਹੜਾ ਕਿਸੇ ਪਾਸੇ ਜਾਣਾ ਹੁੰਦਾ। ਤੇ ਬੰਦਾ ਇਸ ਪੱਖ ਤੋਂ ਨਹੀਂ ਚੀਜ਼ਾਂ ਨੂੰ ਦੇਖਦਾ। ਬੰਦੇ ਨੂੰ ਇਹ ਲੱਗਦਾ ਵੀ ਜੇ ਗੁਆਂਢ 'ਚ ਕਿਸੇ ਦੀ ਨੂੰਹ ਕਮਾ ਰਹੀ ਆ ਤਾਂ ਉਹ ਕਿਉਂ ਕਮਾ ਰਹੀ ਆ, ਸਾਡੀ ਕਿਉਂ ਨਹੀਂ ਕਮਾ ਰਹੀ, ਹੈ ਨਾ। ਪਰ ਉਹਨਾਂ ਨੂੰ ਕਦੇ ਕੋਈ ਨਹੀਂ ਕਹਿੰਦਾ ਵੀ ਤੁਸੀਂ ਸਵੇਰੇ 5:30 ਵਜੇ ਦੇ ਜਾਂ 4 ਵਜੇ ਦੇ ਤੁਸੀਂ ਉੱਠੇ ਹੋਵੋਗੇ, ਤੁਸੀਂ ਥੱਕ ਕੇ ਹੋਵੋਗੇ। ਸਾਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਘਰੇ ਰਹਿ ਰਿਹਾ ਸਵੇਰ ਦੇ ਘਰੇ ਹੀ ਸੀ। ਹਾਂ, ਬੰਦੇ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿ ਮੈਂ ਮਤਲਬ ਜੌਬ ਤੋਂ ਘਰੇ ਚੱਲਿਆ ਤਾਂ ਮੈਂ ਘਰੇ ਜਾ ਕੇ ਕੋਈ ਕੰਮ ਕਰਨਾ ਜਾਂ ਬੱਚੇ ਸੰਭਾਲੂੰਗਾ, ਵੀ ਉਹ ਹਲੇ ਨੌਕਰੀ ਤੋਂ ਆਈ ਨਹੀਂ ਹੋਣੀ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰੀ ਵਾਈਫ ਹੈਗੀ ਆ ਘਰੇ, ਉਹ ਸਾਰਾ ਕੁਝ ਦੇਖ ਲੂਗੀ। ਘਰੇ ਰਹਿ ਰਹੀ ਆ ਮਤਲਬ ਵੀ ਇਹਨੂੰ ਨਹੀਂ ਕੱਖ ਪਤਾ ਹੋਣਾ, ਵੀ ਇਹ ਕਾਸੇ ਜੋਗੀ ਨਹੀਂ ਹੈਗੀ। ਸੋ ਸੋਚ ਉਹਨਾਂ ਔਰਤਾਂ ਦੇ ਲਈ ਸਾਨੂੰ ਬਦਲਣ ਦੀ ਲੋੜ ਹੈ ਜਿਹੜੀਆਂ ਬਾਈ ਚੋਇਸ ਘਰ ਰਹਿੰਦੀਆਂ ਨੇ ਗਿਆ। ਉਹਨਾਂ ਨੂੰ ਹੈਗਾ ਵੀ ਅਸੀਂ ਜੌਬ ਨਹੀਂ ਕਰਨੀ, ਮੈਂ ਆਪਦਾ ਘਰ ਦੇਖੂੰਗੀ। ਤੇ ਇਸ ਉਮਰ 'ਚ ਜਿੱਥੇ ਆਪਾਂ ਕਹਿ ਦਿੰਦੇ ਹਾਂ ਮਾਂ ਪਿਓ ਨੂੰ ਵੀ ਹੁਣ ਤੁਸੀਂ ਵਿਹਲੇ ਹੋ, ਤੁਸੀਂ ਆਪਣੀ ਜ਼ਿੰਦਗੀ ਜਿਓ ਕਿਉਂਕਿ ਤੁਸੀਂ ਸਾਰੀ ਉਮਰ ਕੰਮ ਕਰ ਲਿਆ, ਉੱਥੇ ਉਹ ਕੰਮਕਾਜੀ ਨੂੰਹਾਂ ਦੇ ਸੱਸ ਸਹੁਰਾ ਐਤਵਾਰ ਉਡੀਕਦੇ ਰਹਿੰਦੇ ਆ ਕਿ ਅਸੀਂ ਉਸ ਦਿਨ ਵਿਹਲੇ ਹੋਵਾਂਗੇ, ਫਿਰ ਅਸੀਂ ਕਿਸੇ ਰਿਸ਼ਤੇਦਾਰੀ ਵੀ ਮਿਲਣ ਜਾਵਾਂਗੇ, ਹੈ ਨਾ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਗੱਲ ਤੇ ਗੱਲ ਦੇ ਨਵੇਂ ਐਪੀਸੋਡ 'ਚ ਇੱਕ ਵਾਰ ਫਿਰ ਤੋਂ ਤੁਹਾਨੂੰ ਜੀ ਆਇਆਂ ਨੂੰ। ਅੱਜ ਅਸੀਂ ਗੱਲਬਾਤ ਕਰਾਂਗੇ। ਬਹੁਤ ਚਿਰ ਤੋਂ ਬਹੁਤ ਸਾਰੀਆਂ ਭੈਣਾਂ ਮੈਸੇਜ ਕਰ ਰਹੀਆਂ ਸੀ ਕਿ ਤੁਸੀਂ ਹਮੇਸ਼ਾ ਕੰਮਕਾਜੀ ਔਰਤਾਂ ਦੇ ਉੱਪਰ ਹੀ ਗੱਲਬਾਤ ਕਰਦੇ ਹੋ। ਤੁਸੀਂ ਉਹਨਾਂ ਔਰਤਾਂ ਦੇ ਉੱਪਰ ਜ਼ਰੂਰ ਗੱਲ ਕਰੋ ਜਿਹੜੀਆਂ ਘਰ 'ਚ ਰਹਿੰਦੀਆਂ ਨੇ, ਘਰੇਲੂ ਨੇ, ਹਾਊਸ ਵਾਈਫ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੀਆਂ ਕਿ ਮਤਲਬ ਬਾਹਰ ਕੋਈ ਨੌਕਰੀ ਕਰਨ ਨਹੀਂ ਜਾਂਦੀਆਂ ਤੇ ਉਹਨਾਂ ਦੀ ਪਹਿਲ ਆ ਜਿਹੜੀ ਉਹ ਪਰਿਵਾਰ ਨੂੰ ਦੇਣਾ ਚਾਹੁੰਦੀਆਂ ਨੇ, ਘਰ ਨੂੰ, ਬੱਚੇ ਨੂੰ ਦੇਣਾ ਚਾਹੁੰਦੀਆਂ ਨੇ ਅਤੇ ਘਰੇਲੂ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਵਿਅਸਤ ਰੱਖਣਾ ਚਾਹੁੰਦੀਆਂ ਨੇ। ਸੋ ਉਹਨਾਂ ਦੇ ਉੱਪਰ ਕਹਿੰਦੇ ਤੁਸੀਂ ਗੱਲਬਾਤ ਜ਼ਰੂਰ ਕਰਿਓ, ਕਿਉਂਕਿ ਅਕਸਰ ਜਿਹੜੀਆਂ ਔਰਤਾਂ, ਖਾਸ ਤੌਰ 'ਤੇ ਜੇ ਕੋਈ ਔਰਤ ਪੜ੍ਹੀ ਲਿਖੀ ਆ ਅਤੇ ਫਿਰ ਉਹ ਘਰ 'ਚ ਬੈਠੀ ਆ, ਉਹਦੀ ਤਰਜੀਹ ਹੈ ਵੀ ਮੈਂ ਨੌਕਰੀ ਨਹੀਂ ਕਰਨੀ,
ਮੈਂ ਘਰ 'ਚ ਹੀ ਰਹਿਣਾ ਜਾਂ ਮੈਂ ਆਪਣਾ ਘਰ ਸੰਭਾਲਣਾ, ਕਹਿੰਦੇ ਉਹਨੂੰ ਲੋਕੀ ਬੜਾ ਤੰਗ ਕਰਦੇ ਨੇ। ਤੇ ਦੂਸਰੀ ਗੱਲ ਉਹ ਇਹ ਵੀ ਆ ਜਾਂਦੀ ਹੈ ਵੀ ਜਿਹੜੀਆਂ ਔਰਤਾਂ ਘਰ 'ਚ ਰਹਿੰਦੀਆਂ ਨੇ, ਘਰ ਨੂੰ ਸਾਂਭਦੀਆਂ ਨੇ, ਕੰਮਕਾਜ ਨਹੀਂ ਬਾਹਰ ਜਾ ਕੇ ਨੌਕਰੀ ਨਹੀਂ ਕਰਦੀਆਂ, ਤਾਂ ਸਾਰਿਆਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਕੀ ਕੰਮ ਹੈ, ਇਹ ਤਾਂ ਸਾਰਾ ਦਿਨ ਘਰੇ ਵਿਹਲੀਆਂ ਹੀ ਰਹਿੰਦੀਆਂ ਨੇ, ਅਸੀਂ ਉਹਨਾਂ ਦੀ ਕਦੇ ਵੈਲਿਊ ਕਰਦੇ ਹੀ ਨਹੀਂ। ਸਾਨੂੰ ਲੱਗਦਾ ਹੀ ਨਹੀਂ ਵੀ ਉਹ ਵੀ ਕਦੇ ਥੱਕ ਸਕਦੀਆਂ ਨੇ, ਜਾਂ ਉਹਨਾਂ ਦੀਆਂ ਕੋਈ ਇੱਛਾਵਾਂ ਹੋ ਸਕਦੀਆਂ ਨੇ, ਜਾਂ ਉਹਨਾਂ ਦੇ ਵੀ ਕੋਈ ਸੁਪਨੇ ਹੋ ਸਕਦੇ ਨੇ। ਤਾਂ ਇਸ ਵਿਸ਼ੇ ਦੇ ਉੱਪਰ ਹੀ ਅੱਜ ਆਪਾਂ ਗੱਲਬਾਤ ਕਰਾਂਗੇ। ਤੇ ਅੱਜ ਇੱਕ ਬਹੁਤ ਸੋਹਣੀ ਸ਼ਾਰਟ ਫਿਲਮ ਵੀ ਬਣੀ ਹੋਈ ਸੀ ਘਰ ਕੀ ਮੁਰਗੀ, ਉਹਦਾ ਵੀ ਆਪਾਂ ਇਸ ਐਪੀਸੋਡ ਦੌਰਾਨ ਜ਼ਿਕਰ ਕਰਾਂਗੇ। ਉਸ ਤੋਂ ਪਹਿਲਾਂ ਰੁਪਿੰਦਰ ਭੈਣ ਹੋਰਾਂ ਨੂੰ ਜੀ ਆਏ ਕਹਿੰਦੇ ਆ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਚਾਲ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਵਧੀਆ। ਅੱਜ ਦਾ ਟੌਪਿਕ ਮੈਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਗੱਲ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲੇ ਦੋਨੋਂ ਤਰ੍ਹਾਂ ਦੇ ਐਕਸਪੀਰੀਅੰਸ ਨੇ। ਤੁਸੀਂ ਘਰ ਵੀ ਰਹਿ ਕੇ ਦੇਖਿਆ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਹੁਣ ਜੌਬ ਵੀ ਕਰ ਰਹੇ ਹੋ, ਹੈ ਨਾ। ਸੋ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਘਰੇ ਰਹਿੰਦੇ ਸੀਗੇ ਵੀ ਉਦੋਂ ਤੁਸੀਂ ਕੁਛ ਨਹੀਂ ਸੀ ਕਰਦੇ, ਹੁਣ ਤੁਸੀਂ ਜ਼ਿਆਦਾ ਕੁਛ ਕਰ ਰਹੇ ਹੋ ਵੀ, ਜਾਂ ਲੋਕਾਂ ਦੇ ਤੁਹਾਡੇ ਪ੍ਰਤੀ ਨਜ਼ਰੀਏ 'ਚ ਤੁਸੀਂ ਕੋਈ ਫ਼ਰਕ ਦੇਖਿਆ? ਕਿਉਂਕਿ ਅਕਸਰ ਇੱਦਾਂ ਹੁੰਦਾ ਵੀ ਜਿਹੜੀਆਂ ਔਰਤਾਂ ਮਤਲਬ ਘਰ ਦਾ ਕੰਮ, ਘਰੇ ਰਹਿਣ ਨੂੰ ਪਹਿਲ ਦਿੰਦੀਆਂ ਨੇ, ਨੌਕਰੀ ਨਹੀਂ ਕਰਦੀਆਂ ਘਰ ਤੋਂ ਬਾਹਰ ਜਾ ਕੇ, ਤਾਂ ਅੱਜ ਦੇ ਟਾਈਮ 'ਚ ਖਾਸ ਤੌਰ 'ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਮਤਲਬ ਵੀ ਇਹਨਾਂ ਦੀ ਕੋਈ ਜ਼ਿੰਦਗੀ ਆ ਗਾਹਾਂ, ਮਤਲਬ ਇਹ ਤਾਂ ਨੌਕਰੀ ਨਹੀਂ ਕਰਦੀਆਂ, ਮਤਲਬ ਇਹ ਤਾਂ ਕਾਸੇ ਜੋਗੀਆਂ ਵੀ ਹੈ ਨਹੀਂ ਗੀਆਂ। ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਵੀ ਵੈਲਿਊ ਨਹੀਂ ਕਰਦੇ ਹੈਗੇ, ਵੀ ਆਪਾਂ ਨੂੰ ਇਹ ਲੱਗਦਾ ਵੀ ਘਰੇ ਰਹਿਣ ਵਾਲਾ ਬੰਦਾ ਉਹੀ ਜਿਹਾ ਹੀ ਹੁੰਦਾ ਆ। ਮੈਂ ਤਾਂ ਜਦੋਂ ਤੁਸੀਂ ਸ਼ੁਰੂ ਹੀ ਕਰ ਰਹੇ ਸੀ ਨਾ, ਮੈਂ ਉਦੋਂ ਹੀ ਆਪਣੇ ਆਪ ਨੂੰ ਸੋਚ ਰਹੀ ਸੀਗੀ ਵੈਸੇ। ਪਰ ਇੱਕ ਗੱਲ ਹੈ ਵੀ ਇਹ ਨਾ ਸੱਚੀ ਇੰਨਾ ਵੱਡਾ ਵਿਸ਼ਾ ਹੈ ਕਿ ਆਪਾਂ ਸੋਚੀਏ ਵੀ ਇਹਨੂੰ ਆਪਾਂ ਮਤਲਬ ਥੋੜੇ ਸ਼ਬਦਾਂ 'ਚ ਕਿਸੇ ਨੂੰ ਕਹਿ ਸਕਦੇ ਹਾਂ ਤਾਂ ਤੁਸੀਂ ਨਹੀਂ ਕਹਿ ਸਕਦੇ। ਇਹਦੇ ਪਹਿਲੂ ਵੀ ਕਈ ਨੇ। ਇੱਕ ਤਾਂ ਇਹ ਵੀ ਘਰੇ ਰਹਿਣ ਵਾਲੀਆਂ ਔਰਤਾਂ ਦੇ ਲਈ ਜਿਹੜੇ ਦੂਜੇ ਸੋਚਦੇ ਨੇ, ਤੇ ਇੱਕ ਜਿਹੜਾ ਔਰਤਾਂ ਆਪਣੇ ਆਪ ਵੀ ਸੋਚਦੀਆਂ ਨੇਗੀਆਂ ਵੀ ਆਪਣੇ ਆਪ ਨੂੰ ਘਟਾ ਜਾ ਮਹਿਸੂਸ ਕਰੀ ਜਾਣਾ ਵੀ ਮੇਰੇ ਨਾਲ ਦੀਆਂ ਜਿਹੜੀਆਂ ਸੀਗੀਆਂ, ਜਾਂ ਮੇਰੀ ਦਰਾਣੀ ਜਠਾਣੀ, ਜਾਂ ਹੋਰ ਵੀ ਕੋਈ ਨਣਦ ਭਰਜਾਈ ਘਰ 'ਚ, ਹੋਰ ਜੇ ਕੋਈ ਜਨਾਨੀ ਬਾਹਰ ਕੰਮ ਕਰਦੀ ਆ, ਤਾਂ ਮਤਲਬ ਵੀ ਇਹ ਤਾਂ ਵਧੀਆ ਨੇਗੀਆਂ, ਇਹਨਾਂ ਦਾ ਤਾਂ ਸਟੈਂਡਰਡ ਹੈ, ਜੌਬ ਕਰਦੀਆਂ ਨੇ, ਵੀ ਮੈਂ ਤਾਂ ਘਰੇਲੂ ਜੀ ਆ। ਇਹ ਦੋ ਚੀਜ਼ਾਂ ਨੇਗੀਆਂ। ਗਦੀਪ, ਮੈਨੂੰ ਤਾਂ ਲੱਗਦਾ ਵੀ ਇੰਨੀਆਂ ਚੀਜ਼ਾਂ ਨੇ ਨਾ ਇਸ ਵਿਸ਼ੇ 'ਚ। ਅੱਛਾ, ਦੋ ਤੋਂ ਵੀ ਜ਼ਿਆਦਾ? ਹਾਂ, ਦੋ ਤੋਂ ਵੀ ਜ਼ਿਆਦਾ ਨੇ। ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਕਈ ਵਾਰੀ ਤਾਂ ਸਿਰਫ ਸਾਡੀ ਮਜਬੂਰੀ ਹੁੰਦੀ ਆ, ਜਿਵੇਂ ਆਪਾਂ ਕਹੀਏ ਵੀ ਆਪਣੇ ਕੋਲ ਉਨੀ ਪੜ੍ਹਾਈ ਲਿਖਾਈ ਨਹੀਂ ਹੁੰਦੀ ਕਿ ਆਪਾਂ ਨੂੰ ਲੱਗੇ ਕਿ ਆਪਾਂ ਬਾਹਰ ਜਾ ਕੇ ਨੌਕਰੀ ਕਰੀਏ ਨਾ। ਹੁਣ ਆਪਾਂ ਇਹ 'ਚ ਨੌਕਰੀ ਨੂੰ ਵੀ ਨਹੀਂ ਰੱਖਦੇ, ਆਪਾਂ ਕਹੀਏ ਵੀ ਕਈਆਂ ਕੋਲ ਗੁਣ ਕੋਈ ਇਹੋ ਜਿਹਾ ਹੁੰਦਾ ਵੀ ਉਹ ਬਿਨਾਂ ਪੜ੍ਹੇ ਲਿਖੇ ਹੋਣ ਤੋਂ ਬਿਨਾਂ ਵੀ ਕੋਈ ਕੰਮ ਇਹੋ ਜਿਹਾ ਸ਼ੁਰੂ ਕਰ ਲੈਂਦੇ ਨੇ ਜਿਹਦੇ 'ਚ ਮਤਲਬ ਉਹਨਾਂ ਨੂੰ ਲੱਗਦਾ ਕਿ ਮੈਂ ਕੰਮ ਕਾਜੀ ਹਾਂ ਨਾ। ਤੇ ਇਹਦੇ 'ਚ ਇੱਕ ਨਾ ਹੈਦਰਾਬਾਦ ਦੀ ਕੁੜੀ ਸੀਗੀ, ਮਤਲਬ ਉਹ ਬਹੁਤ ਛੇਤੀ ਉਹਦਾ ਘਰ ਵਾਲਾ ਦੁਨੀਆ ਤੋਂ ਚਲਿਆ ਗਿਆ, ਤਾਂ ਉਹਦਾ ਛੋਟਾ ਜਿਹਾ ਬੱਚਾ ਸੀ 2-2.5 ਸਾਲ ਦਾ। ਉਹ ਕਿਸੇ ਦੇ ਘਰੇ ਕੰਮ ਕਰਦੀ ਸੀ, ਤਾਂ ਉਹਨਾਂ ਨੇ ਦੇਖਿਆ ਵੀ ਉਹ ਖਾਣਾ ਬਹੁਤ ਸਵਾਦ ਬਣਾਉਂਦੀ ਆ, ਤਾਂ ਉਹ ਕਹਿੰਦੇ ਵੀ ਮੈਂ ਜਿਸ ਫਰਮ 'ਚ ਜੌਬ ਕਰਦੀ ਹਾਂ ਉੱਥੇ 500-600 ਬੰਦਾ, ਤੇ ਤਕਰੀਬਨ ਉਹਦੇ 'ਚੋਂ ਅੱਧੇ ਨੇ ਜਿਹੜੇ ਬਾਹਰੋਂ ਖਾਣਾ ਖਾਂਦੇ ਆ, ਵੀ ਜੇ ਤੂੰ ਚਾਹਵੇਂ ਤੂੰ ਉਹਨਾਂ ਲਈ ਖਾਣਾ ਬਣਾ ਸਕਦੀ ਆ ਨਾ। ਤਾਂ ਐਵੇਂ ਮਤਲਬ ਉਹ ਥੋੜ੍ਹੇ ਜਣਿਆਂ ਲਈ ਬਣਾਉਣ ਲੱਗੀ, ਫਿਰ ਉਹਨੇ ਅੱਗੋਂ ਬੰਦੇ ਰੱਖ ਲਏ। ਤਾਂ ਅੱਜ ਮੈਂ ਮਤਲਬ ਕਈ ਵਾਰੀ ਗੂਗਲ 'ਤੇ ਦੇਖਿਆ ਕਿ ਕਹਿੰਦੇ ਉਹਦੀ ਕਈ ਮਤਲਬ ਕਰੋੜਾਂ ਦੀ ਕੰਪਨੀ ਆ ਉਹਦੇ ਕੋਲੇ, ਜਦ ਕਿ ਉਹਦੇ ਕੋਲ ਕੋਈ ਐਜੂਕੇਸ਼ਨ ਨਹੀਂ। ਵੀ ਇੱਕ ਲੋਕ ਉਵੇਂ ਦੇ ਹੁੰਦੇ ਆ ਨਾ, ਉਹਨਾਂ ਲਈ ਮੈਨੂੰ ਲੱਗਦਾ ਵੀ ਘਰੇ ਰਹਿਣਾ ਸੌਖਾ ਹੋ ਜਾਂਦਾ। ਉਹ ਕਿਉਂਕਿ ਬੰਦਾ ਕਹਿੰਦਾ ਵੀ ਜੇ ਮੇਰੇ ਕੋਲ ਕੋਈ ਗੁਣ ਨਹੀਂ, ਮੇਰੇ ਕੋਲ ਕੋਈ ਪੜ੍ਹਾਈ ਨਹੀਂ, ਤਾਂ ਮੇਰੇ ਲਈ ਮੌਕੇ ਘੱਟ ਨੇ ਬਾਹਰ। ਤੇ ਪਰ ਉਹ ਲੋਕ ਜਿਹੜੇ ਪੜ੍ਹੇ ਲਿਖੇ ਵੀ ਹੁੰਦੇ ਨੇ, ਜਿਨ੍ਹਾਂ ਨੂੰ ਜ਼ਿੰਦਗੀ 'ਚ ਇਹ ਸੋਚ ਵੀ ਮਿਲੀ ਹੁੰਦੀ ਆ ਵੀ ਮੈਂ ਅੱਗੇ ਜਾ ਕੇ ਕੰਮ ਕਰੂੰਗਾ, ਮਤਲਬ ਮੈਂ ਆਪਣੀ ਕਮਾਈ ਕਰੂੰਗਾ ਜਾਂ ਮੈਂ ਕੋਈ ਨੌਕਰੀ ਕਰੂੰਗਾ, ਉਹਨਾਂ ਲਈ ਬਹੁਤ ਬੁਰਾ ਹੁੰਦਾ। ਕਿਉਂਕਿ ਜਦੋਂ ਤੁਸੀਂ ਪੜ੍ਹਦੇ ਲਿਖਦੇ ਹੋ ਨਾ, ਤੁਸੀਂ 20-22 ਸਾਲ ਤੱਕ ਤਾਂ ਤਕਰੀਬਨ ਬਾਹਰ ਕਿਤੇ ਜਾ ਕੇ ਪੜ੍ਹਦੇ ਹੀ ਹੋ ਨਾ, ਉੱਥੇ ਕਿੰਨਾ ਕੁਛ ਹੁੰਦਾ ਤੁਹਾਡੀ ਜ਼ਿੰਦਗੀ 'ਚ ਬਦਲਦਾ, ਤੁਹਾਡੀ ਸੋਚ ਬਦਲਦੀ ਹੈ, ਤੁਹਾਡੇ ਫੈਸਲੇ ਕਰਨ ਦੀ ਮਤਲਬ ਪੂਰੀ ਤਰ੍ਹਾਂ ਨਾਲ ਸੋਚ ਉਹ ਤਾਂ ਇਹ ਹੋ ਜਾਂਦੀ ਹੈ ਵੀ ਮੈਂ ਆਪਣੇ ਲਈ ਕੋਈ ਵੀ ਚੰਗਾ ਫੈਸਲਾ ਆਪ ਕਰ ਸਕਦਾ। ਪਰ ਜਦੋਂ ਪੜ੍ਹੇ ਲਿਖੇ ਹੋ ਕੇ ਵੀ ਤੁਸੀਂ ਘਰੇ ਹੁੰਦੇ ਹੋ, ਚਾਹੇ ਉੱਥੇ ਤੁਹਾਨੂੰ ਕੋਈ ਆਰਥਿਕ ਸਮੱਸਿਆ ਨਾ ਹੋਵੇ, ਘਰ ਦੇ ਤੁਹਾਨੂੰ ਇਹ ਨਾ ਜਤਾ ਰਹੇ ਹੋਣ ਵੀ ਤੂੰ ਕਮਾਈ ਕਰਕੇ ਨਹੀਂ ਲਿਆ ਰਹੀ, ਪਰ ਫਿਰ ਵੀ ਨਾ ਤੁਹਾਡੀ ਸੋਚ ਕਿਤੇ ਨਾ ਕਿਤੇ ਇਹ ਲੱਗਣ ਲੱਗ ਜੂਗਾ ਤੁਹਾਨੂੰ ਵੀ ਬਾਕੀ ਲੋਕਾਂ ਦੇ ਮੁਕਾਬਲੇ ਕਈ ਸਾਲ ਆ ਜਿਹੜੀ ਉਹ ਪਿੱਛੇ ਰਹਿ ਗਈ। ਕਿਉਂਕਿ ਇਹ ਗੱਲ ਫਿਰ ਨਿੱਜੀ ਫੈਸਲੇ ਦੀ ਹੈ ਨਾ, ਵੀ ਤੁਸੀਂ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਸੀ, ਉੱਥੇ ਤੁਹਾਨੂੰ ਕਰਨ ਨਹੀਂ ਦਿੱਤਾ ਗਿਆ, ਤਾਂ ਤੁਸੀਂ ਡਿਪਰੈਸ ਹੋਣਾ ਸ਼ੁਰੂ ਹੋ ਜਾਂਦੇ ਹੋ ਨਾ। ਤੇ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਆਪਣੇ ਨਾਲਦਿਆਂ ਨੂੰ ਦੇਖਦੇ ਹੋ ਕਿ ਸੇਮ ਜੋ ਕੁਝ ਤੁਸੀਂ ਪੜ੍ਹਿਆ ਲਿਖਿਆ ਜ਼ਿੰਦਗੀ 'ਚ ਜੋ ਕਾਬਲੀਅਤ ਤੁਹਾਡੇ ਕੋਲ ਹੈਗੀ ਹੈ, ਤੁਸੀਂ ਉਹਨੂੰ ਵਰਤ ਨਹੀਂ ਰਹੇ ਤੇ ਲੋਕ ਵਰਤ ਰਹੇ ਨੇ, ਫਿਰ ਤੁਹਾਨੂੰ ਹੋਰ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਅਪਸੈਟ ਕਰਨ ਲੱਗ ਜਾਂਦੀਆਂ ਨੇ।
ਫਿਰ ਇੱਕ ਚੀਜ਼ ਆ ਜਿਹੜੀ ਸਭ ਤੋਂ ਬੁਰੀ ਆ ਹਨਾ, ਲੋਕ ਪਹਿਲਾਂ ਜਦੋਂ ਤੁਹਾਡਾ ਵਿਆਹ ਹੁੰਦਾ ਤਾਂ ਲੋਕ ਕਹਿ ਦਿੰਦੇ ਆ ਕਿ ਨਹੀਂ ਸਾਨੂੰ ਜ਼ਰੂਰਤ ਨਹੀਂ ਹੈਗੀ, ਤੂੰ ਬੱਚੇ ਪਾਲ, ਸਾਡੇ ਬੱਚੇ ਵਧੀਆ ਪਲਣੇ ਚਾਹੀਦੇ ਆ ਹਨਾ। ਤੇ ਜਦੋਂ ਬੱਚੇ ਪਲ ਜਾਂਦੇ ਆ, ਮੰਨ ਲਓ ਇੱਕ ਬੱਚਾ ਜਿਹੜਾ ਆਪਣੇ ਆਪ ਯੂਨੀਫਾਰਮ ਪਾਉਣ ਲੱਗ ਗਿਆ, ਰੋਟੀ ਖਾਣ ਲੱਗ ਗਿਆ, ਆਪਣੇ ਬਾਰੇ ਚੰਗਾ ਬੁਰਾ, ਆਪਾਂ ਕਹਿੰਦੇ ਵੀ ਛੋਟੀ ਉਮਰ 'ਚ ਬੱਚੇ ਨੂੰ ਗਰਮ ਠੰਡੇ ਨੂੰ ਹੱਥ ਲਾਉਣ ਦਾ ਨਹੀਂ ਪਤਾ ਸਕਦਾ ਹੋਵੇ, ਵੀ ਜਦੋਂ ਉਹਨੂੰ ਉਹ ਵੀ ਸਮਝ ਆ ਗਈ ਤਾਂ ਫਿਰ ਤੁਹਾਨੂੰ ਆਪਣਾ ਆਪ ਬਹੁਤ ਫਾਲਤੂ ਲੱਗਣ ਲੱਗ ਜਾਂਦਾ ਘਰੇ ਹਨਾ। ਤੇ ਜਿਹੜੀ ਚੀਜ਼ ਤੁਸੀਂ ਸ਼ੁਰੂਆਤ 'ਚ ਕਹੀ ਸੀ ਕਿ ਅਸੀਂ ਸੱਚੀ ਨਹੀਂ ਸੋਚਦੇ ਕਿ ਜਿਹੜੀਆਂ ਔਰਤਾਂ ਘਰੇ ਨੇ ਉਹ ਥੱਕ ਸਕਦੀਆਂ ਨੇ, ਇਹ ਜਿਹੜਾ ਥਕਾਵਟ ਵਾਲਾ ਸ਼ਬਦ ਆ ਨਾ, ਮਤਲਬ ਚਾਹੇ ਲੋਕ ਕਹਿਣ ਵੀ ਨਹੀਂ ਆਪਾਂ ਬਹੁਤ ਪਿਛਲੀਆਂ ਗੱਲਾਂ ਕਰ ਰਹੇ ਹਾਂ, ਜ਼ਮਾਨਾ ਬਹੁਤ ਅੱਗੇ ਆ ਗਿਆ, ਬੰਦਾ ਔਰਤ ਨੂੰ ਸਮਝਣ ਲੱਗ ਗਿਆ, ਜਾਂ ਸਹੁਰੇ ਪਰਿਵਾਰ ਔਰਤਾਂ ਨੂੰ ਸਮਝਦੇ ਨੇ ਯਕੀਨਨ ਸਮਝਦੇ ਨੇ। ਸ਼ੁਰੂਆਤ ਹੋਈ ਹੈ ਪਰ ਆਪਾਂ ਇਹ ਕਹੀਏ ਵੀ ਪੂਰੀ ਤਰ੍ਹਾਂ ਦੇ ਨਾਲ ਬਦਲ ਆ ਗਿਆ, ਇਹ ਨਹੀਂ ਆਪਾਂ ਕਹਿ ਸਕਦੇ। ਹਾਂ, ਤੇ ਉਹ ਚੀਜ਼ ਆ ਜਿਹੜੀ ਉਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਔਖੀ ਆ। ਫਿਰ ਚਾਹੇ ਤੁਹਾਡੇ ਮਤਲਬ ਘਰ 'ਚ ਤੁਹਾਡੀ ਰਾਏ ਲਈ ਜਾਵੇ, ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਵੇ, ਪਰ ਤੁਹਾਡੀ ਮਾਨਸਿਕਤਾ ਇਹੋ ਜਿਹੀ ਬਣ ਜਾਂਦੀ ਹੈ ਵੀ ਮਤਲਬ ਮੈਂ ਕਾਹਦੇ ਲਈ ਕਹੂੰਗੀ ਵੀ ਮੇਰੇ ਕਹਿਣ ਮੁਤਾਬਕ ਤੁਸੀਂ ਆਹ ਚੀਜ਼ ਕਰ ਲਓ ਹਨਾ। ਤੁਹਾਨੂੰ ਸੱਚੀ ਆਪਣਾ ਆਪ ਜ਼ੀਰੋ ਲੱਗਣ ਲੱਗ ਜਾਂਦਾ। ਮੈਂ ਇਹ ਚੀਜ਼ ਮਹਿਸੂਸ ਕੀਤੀ ਆ। ਫਿਰ ਜਦੋਂ ਘਰ 'ਚ ਕੋਈ ਹੋਰ ਨੂੰਹ ਆਉਂਦੀ ਆ ਜਾਂ ਕਿਸੇ ਦਾ ਰਿਸ਼ਤਾ ਹੁੰਦਾ, ਤਾਂ ਜਦੋਂ ਲੋਕਾਂ ਨੂੰ ਆਦਤ ਹੁੰਦੀ ਆ ਦੱਸਣ ਦੀ ਵੀ ਉਹ ਇੰਨੀ ਪੜ੍ਹੀ ਹੋਈ ਆ, ਨੌਕਰੀ ਕਰਦੀ ਆ, ਉਦੋਂ ਤਾਂ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਆਹ 1-2 ਮਹੀਨੇ ਮੈਂ ਲੁਕੇ ਹੀ ਜਾਵਾਂ ਕਿਤੇ ਨਾ। ਫਿਰ ਮਤਲਬ ਔਰਤਾਂ ਨੂੰ ਇਹ ਬਹੁਤ ਜ਼ਿਆਦਾ ਆਦਤ ਹੁੰਦੀ ਆ ਗੁਰਦੀਪ, ਬੰਦਿਆਂ 'ਚ ਨਹੀਂ ਹੁੰਦੀ, ਕਿ ਉਹ ਤਾਂ ਤੁਹਾਨੂੰ ਇਹ ਵੀ ਦੱਸਦੀਆਂ ਨੇ ਕਿ ਫਲਾਣੇ ਦੇ ਘਰੇ ਜਿਹੜੀ ਕੁੜੀ ਵਿਆਹ ਕੇ ਆਈ ਆ ਉਹ ਇੰਨੀ ਤਨਖਾਹ ਲੈ ਰਹੀ ਆ। ਹਾਂ, ਇਹ ਹੁੰਦਾ ਬਿਲਕੁਲ। ਤੇ ਉਹ ਤਨਖਾਹ ਵਾਲਾ ਬੰਦਾ ਲੋਕਾਂ ਨੂੰ ਪੂਰੀ ਲਾਈਫ ਇੱਕ ਬੋਨਸ ਤਰ੍ਹਾਂ ਲੱਗਦਾ, ਉਹਨੂੰ ਲੱਗਦਾ ਹੈ ਕਿ ਮਤਲਬ ਇੱਕ ਕਮਾਈ ਕਰਨ ਵਾਲੀ ਕੁੜੀ ਆ ਰਹੀ ਹੈ ਜਿਹੜੀ ਉਹਦੀ ਜ਼ਿਆਦਾ ਵੈਲਿਊ ਲੋਕ ਕਰਦੇ ਨੇ, ਸੱਚੀ ਲੋਕ ਕਰਦੇ ਨੇ। ਭੈਣੇ ਇਹ ਹੁੰਦਾ ਆ ਵੀ ਜਿਵੇਂ ਤੁਸੀਂ ਥੋੜਾ ਕੁ ਟਾਈਮ ਵੀ ਤੁਸੀਂ ਕੰਮ ਛੱਡ ਕੇ ਘਰੇ ਬੈਠ ਜਾਵੋ ਨਾ, ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵਾ ਵੀ ਮੈਨੂੰ ਸਾਰੇ ਪਹਿਲਾਂ ਵਾਂਗੂ ਉਵੇਂ ਰਿਸਪੈਕਟ ਨਹੀਂ ਦੇ ਰਹੇ, ਇੰਪੋਰਟੈਂਸ ਨਹੀਂ ਦੇ ਰਹੇ ਹੈਗੇ ਹੈ ਨਾ। ਇਹ ਆਪਾਂ ਸੱਚੀ ਦੇਖਿਆ ਵੀ ਆ। ਮਤਲਬ ਜਦੋਂ ਕੋਈ ਬੰਦਾ ਜੌਬ ਕਰ ਰਿਹਾ, ਤੁਹਾਡੇ ਨਾਲ ਗੱਲਬਾਤ ਕਰਨ ਦਾ ਤਰੀਕਾ ਹੀ ਬਦਲ ਜਾਂਦਾ। ਤੁਸੀਂ ਜੇ ਆਪਣੀ ਚੋਇਸ ਨਾਲ 4 ਮਹੀਨੇ ਜੌਬ ਛੱਡ ਵੀ ਦੇਵੋਗੇ ਨਾ, ਤਾਂ ਲੋਕ ਤੁਹਾਨੂੰ ਐਂ ਪੁੱਛਣ ਲੱਗ ਜਾਂਦੇ ਨੇ ਵੀ ਮਤਲਬ ਘਰੇ ਬੈਠੀ ਆ ਤੂੰ, ਘਰੇ ਬੈਠੀ ਆ ਤੂੰ। ਆਪਾਂ ਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਘਰੇ ਬੈਠਾ ਵਾ ਉਹ ਮਤਲਬ ਕਿਸੇ ਗਿਣਤੀ 'ਚ ਆਉਂਦਾ ਹੀ ਨਹੀਂ ਆ। ਇਹ ਬਿਲਕੁਲ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ, ਬਿਲਕੁਲ ਤੁਹਾਡੀ ਚੋਇਸ ਹੋ ਸਕਦੀ ਹੈ ਵੀ ਤੁਸੀਂ ਜੌਬ ਕਰਨੀ ਆ ਜਾਂ ਤੁਸੀਂ ਜੌਬ ਨਹੀਂ ਕਰਨੀ ਹੈ ਨਾ। ਹੁਣ ਮੈਨੂੰ ਸੰਤੁਸ਼ਟੀ ਇਹਦੇ ਨਾਲ ਮਿਲਦੀ ਆ ਵੀ ਮੈਂ ਰੂਟੀਨ ਨਾਲ ਘਰੋਂ ਤਿਆਰ ਹੋ ਕੇ ਨਿਕਲਦੀ ਹਾਂ, ਮੈਂ ਬਾਹਰ ਆਉਂਦੀ ਹਾਂ, ਮੈਂ ਕੰਮ ਕਰਦੀ ਹਾਂ, ਮੈਂ ਲੋਕਾਂ ਨੂੰ ਮਿਲਦੀ ਹਾਂ, ਗੱਲਬਾਤ ਕਰਦੇ ਹਾਂ, ਆਪਾਂ ਬ੍ਰੇਨਸਟੋਰਮਿੰਗ ਹੁੰਦੀ ਆ ਆਪਣੀ। ਮੇਰਾ ਫੈਸਲਾ ਉਹ ਆ, ਇਹ ਮੇਰੀ ਚੋਇਸ ਆ ਨਾ। ਪਰ ਹੋ ਸਕਦਾ ਕਿਸੇ ਟਾਈਮ 'ਤੇ ਜਾ ਕੇ ਮੇਰੀ ਚੋਇਸ ਇਹ ਵੀ ਹੋਵੇ ਵੀ ਮੈਂ ਬਿਲਕੁਲ ਹੀ ਮਤਲਬ ਸਾਰਾ ਕੰਮ ਛੱਡ ਦੇਵਾਂ ਅਤੇ ਮੈਂ ਘਰ ਨੂੰ ਤਰਜੀਹ ਦੇਵਾਂ ਹੈ ਨਾ। ਵੀ ਮੈਨੂੰ ਇਹ ਚੰਗਾ ਲੱਗੇ ਵੀ ਮੈਂ ਘਰ ਰਵਾਂ, ਘਰ ਦੇ ਕੰਮ ਦੇਖਾਂ ਜਾਂ ਘਰ ਨੂੰ ਸਵਾਰਾਂ ਜਾਂ ਆਪਦੇ ਬੱਚਿਆਂ ਲਈ ਤੁਸੀਂ ਸਮਾਂ, ਕਿਉਂਕਿ ਇਹ ਮੇਰੀ ਸੋਚ ਹੈਗੀ ਆ ਵੀ ਕੱਲ੍ਹ ਨੂੰ ਹਾਲੇ ਸਾਡੇ ਕੋਲ ਇੱਕ ਬੱਚਾ ਨਾ, ਜੇ ਸਾਡੇ ਕੋਲ 2 ਬੱਚੇ ਹੁੰਦੇ ਨੇ ਤਾਂ ਮੈਨੂੰ ਉੱਥੇ ਜਦੋਂ ਅਨੰਤ ਦਾ ਸਕੂਲ ਸ਼ੁਰੂ ਹੋ ਜਾਣਾ ਤਾਂ ਮੈਨੂੰ ਲੱਗਦਾ ਵੀ ਉੱਥੇ ਮੇਰਾ ਘਰੇ ਹੋਣਾ ਜ਼ਿਆਦਾ ਜ਼ਰੂਰੀ ਆ, ਮੇਰੀ ਮੌਜੂਦਗੀ ਘਰੇ ਜ਼ਿਆਦਾ ਹੋਣੀ ਚਾਹੀਦੀ ਆ ਹੈ ਨਾ। ਸੋ ਉੱਥੇ ਕਈ ਵਾਰੀ ਨਾ ਫਿਰ ਜਿਵੇਂ ਜਿਹੜਾ ਆਲੇ ਦੁਆਲੇ ਦਾ ਬਿਹੇਵੀਅਰ ਹੁੰਦਾ ਉਹ ਤੁਹਾਨੂੰ ਇਹ ਮਹਿਸੂਸ ਕਰਨ ਲਾ ਦਿੰਦਾ ਵਾ ਵੀ ਤੁਸੀਂ ਕੋਈ ਬਹੁਤ ਵੱਡਾ ਗੁਨਾਹ ਕਰਤਾ, ਤੁਸੀਂ ਆਪੇ ਆਪਣੀ ਇੱਜ਼ਤ ਘਟਾ ਲਈ, ਆਪੇ ਤੁਸੀਂ ਆਪਣੀ ਵੈਲਿਊ ਘਟਾ ਲਈ, ਤੁਹਾਨੂੰ ਮਤਲਬ ਬਾਹਰ ਕੰਮ ਹੀ ਕਰਨਾ ਚਾਹੀਦਾ ਸੀਗਾ ਨਾ। ਇਹ ਵੀ ਮੈਨੂੰ ਲੱਗਦਾ ਸਾਨੂੰ ਸੱਚੀ ਬਦਲਣ ਦੀ ਲੋੜ ਆ। ਅੱਜ ਬਹੁਤ ਮਤਲਬ ਜ਼ਮਾਨਾ ਬਦਲ ਗਿਆ, ਆਪਾਂ ਕਹਿੰਦੇ ਵੀ ਪੜ੍ਹ ਲਿਖ ਕੇ ਕੁੜੀਆਂ ਕੰਮ ਕਰਦੀਆਂ ਨੇ, ਬਹੁਤ ਚੰਗੀ ਗੱਲ ਆ, ਕਰਨੀ ਚਾਹੀਦੀ ਆ, ਆਪਾਂ ਵੀ ਕਰਦੇ ਹਾਂ। ਪਰ ਜੇ ਅੱਜ ਦੇ ਟਾਈਮ 'ਚ ਵੀ ਕਿਸੇ ਕੁੜੀ ਦੀ ਇਹ ਚੋਇਸ ਆ ਨਾ ਵੀ ਨਹੀਂ ਮੈਂ ਜੌਬ ਕਰਨੀ ਹੈਗੀ, ਜੇ ਮਤਲਬ ਤੁਹਾਡਾ ਘਰੋਂ ਸਰਦਾ ਵਾ, ਜੇ ਉਹਦੀ ਇਹ ਇੱਛਾ ਵੀ ਮੈਂ ਜੌਬ ਨਹੀਂ ਕਰਨੀ, ਮੈਂ ਘਰੇ ਰਹਿਣਾ ਆ, ਮੈਂ ਘਰ ਨੂੰ ਹੀ ਦੇਖਣਾ ਆ, ਤਾਂ ਮੈਨੂੰ ਲੱਗਦਾ ਵੀ ਸਾਨੂੰ ਉਸ ਚੀਜ਼ 'ਤੇ ਨਾ ਤਾਂ ਇਤਰਾਜ਼ ਹੋਣਾ ਚਾਹੀਦਾ ਅਤੇ ਨਾ ਹੀ ਸਾਨੂੰ ਇਹ ਉਹਨੂੰ ਵੀ ਮਹਿਸੂਸ ਕਰਾਉਣਾ ਚਾਹੀਦਾ ਅਤੇ ਨਾ ਹੀ ਸਾਨੂੰ ਖੁਦ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਯਾਰ ਇਹ ਬੰਦਾ ਕਿਸੇ ਗਿਣਤੀ 'ਚ ਹੀ ਨਹੀਂ ਆਉਂਦਾ ਹੈਗਾ ਹੈ ਨਾ। ਅਤੇ ਦੂਸਰੀ ਗੱਲ ਮੈਨੂੰ ਇਹ ਲੱਗਦੀ ਹੁੰਦੀ ਹੈ ਵੀ ਜਿੰਨਾ ਹੁਣ ਆਪਾਂ ਆਪਣੇ ਲਈ ਇੱਕ ਪਲੱਸ ਆ ਵੀ ਆਪਾਂ ਘਰ ਤੋਂ ਬਾਹਰ ਆ ਜਾਂਦੇ ਹਾਂ, ਆਪਾਂ ਘਰ ਦੀਆਂ ਜਿੰਨੀਆਂ ਟੈਨਸ਼ਨਾਂ ਹੁੰਦੀਆਂ ਆਪਾਂ ਭੁੱਲ ਜਾਂਦੇ ਹਾਂ। ਬਾਹਰ ਆ ਕੇ ਤੁਸੀਂ ਗੱਲਬਾਤ ਕਰਦੇ ਹੋ, ਕਈ ਵਾਰੀ ਘਰੇ ਜਿਹੜੀ ਗੱਲ ਤੁਹਾਨੂੰ ਬਹੁਤ ਵੱਡੀ ਵੀ ਲੱਗੀ ਜਾਂਦੀ ਹੁੰਦੀ ਆ, ਘਰੇ ਆ ਕੇ ਮੈਂ ਤੁਹਾਡੇ ਨਾਲ ਕਰ ਲਈ, ਤੁਸੀਂ ਮੇਰੇ ਨਾਲ ਕਰ ਲਈ, ਜਾਂ ਆਪਾਂ ਟੀਮ 'ਚੋਂ ਕਿਸੇ ਵੀ ਮੈਂਬਰ ਨਾਲ ਕਰ ਲਈ, ਤਾਂ ਆਪਾਂ ਨੂੰ ਚੀਜ਼ਾਂ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ, ਆਪਾਂ ਫਿਰ ਇੱਕ ਤਾਜ਼ੇ ਮਨ ਨਾਲ ਘਰ ਵਾਪਸ ਜਾਂਦੇ ਹਾਂ ਹੈ ਨਾ। ਸੋ ਜਿਹੜੀਆਂ ਔਰਤਾਂ ਘਰ ਰਹਿੰਦੀਆਂ ਨੇ, ਮੈਨੂੰ ਲੱਗਦਾ ਵੀ ਉਹਨਾਂ ਦੀ ਲਾਈਫ ਆਪਣੇ ਨਾਲੋਂ ਜ਼ਿਆਦਾ ਸਟਰਗਲਿੰਗ ਹੁੰਦੀ ਆ, ਜ਼ਿਆਦਾ ਥਕਾਵਟ ਵਾਲੀ ਹੁੰਦੀ ਆ, ਹੈਕਟਿਕ ਹੁੰਦੀ ਆ ਨਾ। ਅਤੇ ਉਹਨਾਂ ਦਾ ਕੰਮ ਆਪਾਂ ਨੂੰ ਤਾਂ ਫਿਰ ਵੀ ਕੋਈ ਬੰਦਾ ਕਹਿ ਦੂਗਾ ਵੀ ਘਰੇ ਗਿਆ ਨੂੰ ਵੀ ਤੁਸੀਂ ਚਲੋ ਜੌਬ ਕਰਕੇ ਆਏ ਹੋ, 7 ਘੰਟੇ ਜਾਂ 8 ਘੰਟੇ ਤੁਸੀਂ ਲਾ ਕੇ ਆਏ ਹੋ, ਤੁਸੀਂ
ਥੱਕ ਗਏ ਹੋਵੋਗੇ, ਹੈ ਨਾ। ਪਰ ਉਹਨਾਂ ਨੂੰ ਕਦੇ ਕੋਈ ਨਹੀਂ ਕਹਿੰਦਾ ਵੀ ਤੁਸੀਂ ਸਵੇਰੇ 5:30 ਵਜੇ ਦੇ ਜਾਂ 4 ਵਜੇ ਦੇ ਤੁਸੀਂ ਉੱਠੇ ਹੋਵੋਗੇ, ਤੁਸੀਂ ਥੱਕ ਕੇ ਹੋਵੋਗੇ। ਸਾਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਘਰੇ ਰਹਿ ਰਿਹਾ, ਸਵੇਰ ਦੇ ਘਰੇ ਹੀ ਸੀ। ਹਾਂ, ਸਵੇਰ ਦਾ ਆਪਾਂ ਵੀ ਕਈ ਵਾਰ ਕਹਿ ਦਿੰਦੇ ਆ ਨਾ ਘਰੇ ਜਾ ਕੇ ਵੀ ਸਵੇਰ ਦੇ ਘਰੇ ਹੀ ਸੀ, ਕਰਦੇ ਕੀ ਸੀਗੇ, ਹੈ ਨਾ। ਸੋ ਸਾਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਘਰੇ ਆ ਉਹ ਸਾਰਾ ਦਿਨ ਸ਼ਾਇਦ ਬੈੱਡ ਤੇ ਹੀ ਪਿਆ ਰਹਿੰਦਾ, ਜੋ ਸਾਰਾ ਦਿਨ ਆਰਾਮ 'ਚ ਹੀ ਰਹਿੰਦਾ, ਤੇ ਉਹਨੂੰ ਘਰੇ ਕੋਈ ਕੰਮ ਨਹੀਂ ਹੁੰਦਾ, ਹੈ ਨਾ। ਜਿਵੇਂ ਆਪਾਂ ਕਿਹਾ ਸੀਗਾ ਵੀ ਘਰ ਕੀ ਮੁਰਗੀ ਜਿਹੜੀ ਇੱਕ ਫਿਲਮ ਆ, ਹੈ ਨਾ, ਉਹਦਾ ਆਪਾਂ ਜ਼ਿਕਰ ਕਰਦੇ ਹਾਂ ਵੀ ਉਸ ਫਿਲਮ ਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਦੇਖਣਾ ਚਾਹੀਦਾ। ਤਾਂ ਸਾਨੂੰ ਘਰ ਜਿਹੜੀਆਂ ਔਰਤਾਂ ਘਰ ਸੰਭਾਲਦੀਆਂ ਨੇ, ਸਾਨੂੰ ਉਹਨਾਂ ਦੀ ਕਦਰ ਦਾ ਪਤਾ ਲੱਗੂਗਾ ਨਾ। ਤਾਂ ਉਹ 'ਚੋਂ ਕਹਿੰਦੀ ਆ ਵੀ ਉਹਦੀ ਮੇਡ ਖੜੀ ਹੁੰਦੀ ਆ ਨਾਲ ਰਸੋਈ 'ਚ, ਤੇ ਕੁੱਕਰ ਦੀ ਸੀਟੀ ਵੱਜਦੀ ਆ, ਤੇ ਉਹ ਮੈਨੂੰ ਡਾਇਲੌਗ ਪੂਰੀ ਫਿਲਮ 'ਚੋਂ ਚੇਤੇ ਰਹਿੰਦਾ। ਉਹ ਕਹਿੰਦੀ ਵੀ ਮੇਰੇ ਨਾਲੋਂ ਚੰਗਾ ਤਾਂ ਪ੍ਰੈਸ਼ਰ ਕੁੱਕਰ ਆ ਮਾਲਤੀ, ਵੀ ਜਦੋਂ ਗੁਬਾਰ ਭਰ ਜਾਂਦਾ ਘੱਟੋ ਘੱਟ ਇਹ ਚੀਕਦਾ ਲੈਂਦਾ ਨਾ, ਚਲਾ ਤਾਂ ਲੈਂਦਾ। ਸੋ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਉਹਨਾਂ ਨੂੰ ਇੰਨਾ ਫਰਸਟ੍ਰੇਟ ਕਰ ਦਿੰਦੇ ਹਾਂ, ਅਸੀਂ ਹੋਈ ਉਹਨਾਂ ਨੂੰ ਲੱਗਣ ਲਾ ਦਿੰਦੇ ਹਾਂ ਵੀ ਘਰ ਬੈਠੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ, ਇਹਨਾਂ ਦੀ ਕੋਈ ਬੁੱਕਤ ਨਹੀਂ, ਕੋਈ ਕਦਰ ਨਹੀਂ ਹੁੰਦੀ। ਤਾਂ ਫਿਰ ਹੌਲੀ ਹੌਲੀ ਉਹ ਔਰਤਾਂ ਨੇ ਜਿਹੜੀਆਂ ਆਪਣੇ ਆਪ ਨੂੰ ਘਟਾ ਮਹਿਸੂਸ ਕਰਨ ਲੱਗ ਜਾਂਦੀਆਂ ਨੇ। ਕਿਉਂਕਿ ਜਦੋਂ ਅਸੀਂ ਉਹਦੇ ਸਾਹਮਣੇ ਬਾਹਰੋਂ ਆਏ ਬੰਦੇ ਨੂੰ ਜਾਂ ਉਹਦੇ ਪਰਿਵਾਰ ਦੇ ਵਿੱਚ ਕੰਮ ਕਰ ਰਹੀ, ਨੌਕਰੀ ਕਰ ਰਹੀ ਦੂਜੀ ਇੱਕ ਜਨਾਨੀ ਨੂੰ ਇੰਨੀ ਜ਼ਿਆਦਾ ਤਵੱਜੋ ਦਿੰਦੇ ਆ, ਜਾਂ ਆਪਾਂ ਮਤਲਬ ਇਹ ਚੀਜ਼ ਸਮਝਦੇ ਹਾਂ ਵੀ ਯਾਰ ਉਹ ਥੱਕ ਜਾਂਦੀ ਆ, ਵੀ ਬਾਹਰ ਦਿਨ ਨਹੀਂ ਵਧੀਆ ਗਿਆ ਹੋਣਾ ਉਹਦਾ, ਉਹ ਇਸ ਕਰਕੇ ਸ਼ਾਇਦ ਇੱਦਾਂ, ਚਲੋ ਕੋਈ ਗੱਲ ਨਹੀਂ ਉਹਨੂੰ ਟਾਈਮ ਦੇ ਦਿਓ, ਜਾਂ ਇਹਨੂੰ ਵੀ ਆਰਾਮ ਚਾਹੀਦਾ ਭਾਈ, ਹੈ ਨਾ। ਤਾਂ ਉਹ ਜੋਬ ਆਪਾਂ ਨੂੰ ਤਾਂ ਦਿਸ ਰਹੀ ਹੈ ਕਿਉਂਕਿ ਆਪਾਂ ਸਵੇਰੇ ਇੱਕ ਟਾਈਮ 'ਤੇ ਘਰੋਂ ਤਿਆਰ ਹੋ ਕੇ ਨਿਕਲਦੇ ਹਾਂ, ਪਰ ਘਰ ਰਹੇ ਬੰਦੇ ਦੀ ਆਪਾਂ ਨੂੰ ਜੋਬ ਇਸ ਕਰਕੇ ਨਹੀਂ ਨਿਕਲਦੀ ਕਿਉਂਕਿ ਉਹ ਸਵੇਰੇ ਕੱਪੜੇ ਨਹੀਂ ਤਿਆਰ ਹੋ ਕੇ ਨਹੀਂ ਮਤਲਬ ਘਰ ਤੋਂ ਬਾਹਰ ਨਿਕਲਦਾ। ਪਰ ਨੌਕਰੀ ਤਾਂ ਉਹਦੀ ਵੀ ਉੱਡੀ ਉਹ ਹੁੰਦੀ ਆ। ਸਵੇਰੇ ਉੱਠ ਕੇ ਤੁਸੀਂ ਦੇਖੋ ਅੱਜ ਕੱਲ੍ਹ ਤਾਂ ਸਾਰੇ ਪਰਿਵਾਰ ਦਾ ਹਰ ਮੈਂਬਰ ਜੋਬ ਕਰ ਰਿਹਾ ਹੁੰਦਾ, ਬੱਚੇ ਸਕੂਲ ਜਾਂਦੇ ਨੇ, ਉਹ ਸਵੇਰੇ ਉੱਠ ਕੇ ਘਰ ਦਾ ਕੰਮ ਵੀ ਕਰਦੀ ਆ, ਸਾਰਿਆਂ ਨੂੰ ਉਹ ਘਰੋਂ ਤੋਰਦੀ ਵੀ ਆ, ਖਵਾ ਕੇ ਵੀ ਤੋਰਦੀ ਆ ਅਤੇ ਨਾਲ ਬੰਨ੍ਹ ਕੇ ਵੀ ਤੋਰਦੀ ਆ, ਠੀਕ ਆ। ਉਸ ਤੋਂ ਬਾਅਦ ਤੁਹਾਡੇ ਆਉਂਦਿਆਂ ਨੂੰ ਕਿੰਨੇ ਕੰਮ ਨੇ ਜਿਹੜੇ ਉਹਨੇ ਕੀਤੇ ਪਏ ਹੁੰਦੇ ਨੇ, ਤੁਹਾਨੂੰ ਕੱਪੜੇ ਧੋਤੇ ਪ੍ਰੈਸ ਕੀਤੇ ਹੋਏ, ਆਉਂਦਿਆਂ ਨੂੰ ਤੁਹਾਨੂੰ ਦਾਲ ਸਬਜ਼ੀ ਸਾਫ਼ ਸਫਾਈ ਸਾਰਾ ਕੁਝ ਤੁਹਾਨੂੰ ਕੀਤੇ ਮਿਲਦਾ, ਹੈ ਨਾ। ਕਈ ਵਾਰੀ ਹੋ ਸਕਦਾ ਵੀ ਤੁਹਾਡੇ ਗਿਆ ਤੇ ਤੁਹਾਨੂੰ ਲੱਗੇ ਵੀ ਪਿੱਛੋਂ ਇਹਨੇ ਕੀਤਾ ਗਿਆ, ਹੋ ਸਕਦਾ ਉਹ 10 ਮਿੰਟ ਪਈ ਵੀ ਨਾ ਹੋਵੇ, ਹੈ ਨਾ। ਪਰ ਆਪਾਂ ਨੂੰ ਇਹ ਲੱਗਦਾ ਵੀ ਸਵੇਰ ਦੀ ਕਰਦੀ ਕੀ ਸੀਗੀ, ਸਵੇਰ ਦੇ ਘਰੇ ਹੀ ਸੀਗੇ, ਤੋਂ ਆਹ ਚੀਜ਼ ਨਹੀਂ ਹੁੰਦੀ, ਤੋਂ ਉਹ ਚੀਜ਼ ਨਹੀਂ ਹੁੰਦੀ, ਹੋਰ ਤੁਸੀਂ ਕਰਨਾ ਹੀ ਕੀ ਆ ਨਾ। ਸੋ ਆਪਾਂ ਨੂੰ ਇਹ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਵੀ ਕੰਮ ਸਿਰਫ ਘਰ ਤੋਂ ਬਾਹਰ ਨਿਕਲ ਕੇ ਹੀ ਨਹੀਂ ਹੁੰਦੇ। ਜਿਹੜੇ ਲੋਕ ਘਰ 'ਚ ਰਹਿ ਰਹੇ ਨੇ, ਖਾਸ ਤੌਰ 'ਤੇ ਜਿਹੜੀਆਂ ਜਨਾਨੀਆਂ ਘਰ 'ਚ ਰਹਿ ਰਹੀਆਂ ਨੇਗੀਆਂ, ਜਾਂ ਬੰਦੇ ਜਿਹੜੇ ਘਰ 'ਚ ਰਹਿਣ ਨੂੰ ਪਹਿਲ ਦਿੰਦੇ ਨੇ, ਤਾਂ ਉਹ ਵੀ ਘਰੇ ਬਿਜ਼ੀ ਹੁੰਦੇ ਨੇ, ਉਹ ਵੀ ਥੱਕ ਜਾਂਦੇ ਨੇ, ਉਹ ਵੀ ਕੰਮ ਕਰਦੇ ਨੇ। ਬਿਲਕੁਲ ਗੁਰਦੀਪ, ਜਿਵੇਂ ਤੁਸੀਂ ਇੱਕ ਫਿਲਮ ਦੀ ਗੱਲ ਕਰ ਰਹੇ ਹੋ ਨਾ, ਵੀ ਉਹ ਦੇਖੋ ਕਿੰਨਾ ਕਾਊਂਟ ਕਰਦੀ ਆ ਵੀ ਜੇ ਮੈਂ ਘਰ 'ਚ ਨਾ ਹੋਵਾਂ, ਮਤਲਬ ਘਰ ਸੰਭਾਲਣ ਲਈ, ਤਾਂ ਕਿੰਨੇ ਖਰਚੇ ਨੇ ਜਿਹੜੇ ਤੁਹਾਡੇ ਵੱਧ ਜਾਣਗੇ ਕਿਉਂਕਿ ਤੁਸੀਂ ਉਹਨਾਂ ਕੰਮਾਂ ਲਈ ਬਾਹਰੋਂ ਕਿਸੇ ਨੂੰ ਰੱਖੋਗੇ। ਹਾਂ, ਤੇ ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਜੇ ਤੁਸੀਂ ਬਾਹਰ ਜਾ ਕੇ 50,000 ਰੁਪਏ ਕਮਾ ਰਹੇ ਹੋ, ਤਾਂ ਜਿਹੜੇ ਘਰੇ ਵੀ ਬੈਠਾ ਬੰਦਾ ਉਹ ਘੱਟੋ ਘੱਟ ਤੁਹਾਨੂੰ 30-35,000 ਦੀ ਮਦਦ ਆ ਜਿਹੜੀ ਉਹ ਘਰ ਦੇ ਕੰਮ ਕਰਕੇ ਦੇ ਰਿਹਾ। ਬਿਲਕੁਲ, ਹਾਂ। ਤੇ ਅਸੀਂ ਉਸ ਚੀਜ਼ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ, ਜਦ ਕਿ ਸਾਨੂੰ ਸਮਝਣਾ ਇਹ ਚਾਹੀਦਾ ਵੀ ਜੇ ਇੱਕ ਬੰਦਾ ਬਾਹਰ ਜਾ ਰਿਹਾ ਤਾਂ ਦੂਜਾ ਬੰਦਾ ਬਿਲਕੁਲ ਉਹਦੇ ਬਰਾਬਰ ਉਨੇ ਘੰਟੇ ਹੀ ਇੱਕ ਘਰ ਨੂੰ ਸੰਭਾਲ ਰਿਹਾ, ਹੈ ਨਾ। ਤੇ ਐਵੇਂ ਦੀ ਨਾ ਇੱਕ ਛੋਟੀ ਜਿਹੀ ਇੱਕ ਹੋਰ ਕਹਾਣੀ ਬਹੁਤ ਜ਼ਿਆਦਾ ਮਤਲਬ ਲੋਕਾਂ ਨੇ ਇੱਕ ਦੂਜੇ ਨੂੰ ਵੀ ਸੁਣਾਈ, ਬਹੁਤ ਜਗ੍ਹਾ 'ਤੇ ਮੈਂ ਪੜ੍ਹੀ ਵੀ। ਕਹਿੰਦੇ ਵੀ ਇੱਕ ਬੰਦਾ ਆਪਣੀ ਵਾਈਫ ਨੂੰ ਕਹਿੰਦਾ ਵੀ ਤੂੰ ਸਾਰਾ ਦਿਨ ਘਰੇ ਕੀ ਕਰਦੀ ਰਹਿੰਦੀ ਹੈ, ਪਈ ਤਾਂ ਰਹਿੰਦੀ ਹੈ, ਤੈਨੂੰ ਕੀ ਪਤਾ ਮੈਨੂੰ ਬਾਹਰ ਜੋਬ 'ਤੇ ਗਏ ਨੂੰ ਕੀ ਸਮੱਸਿਆਵਾਂ ਨੇ। ਤਾਂ ਉਹਨੂੰ ਬੜੀ ਇਹ ਚੀਜ਼ ਹੈ ਨਾ ਤਕਲੀਫ ਦਿੰਦੀ ਹੈ, ਜਿਵੇਂ ਤੁਸੀਂ ਕਿਹਾ ਵੀ ਹੋ ਸਕਦਾ ਉਹਨੇ 10 ਮਿੰਟ ਵੀ ਘਰੇ ਉਹਨੂੰ ਆਰਾਮ ਕਰਨ ਦਾ ਮੌਕਾ ਨਾ ਮਿਲਦਾ ਹੋਵੇ। ਤਾਂ ਦੂਜੇ ਦਿਨ ਜਦੋਂ ਘਰੇ ਆਉਂਦਾ ਤਾਂ ਉਹ ਦੇਖਦਾ ਕਿ ਨਿਆਣਿਆਂ ਦੇ ਖਿਡੌਣੇ ਮਤਲਬ ਦਰਵਾਜ਼ੇ ਤੱਕ ਆਏ ਪਏ ਹੁੰਦੇ ਆ, ਤੇ ਘਰੇ ਨਿਆਣੇ ਇੱਕ ਦੂਜੇ ਦੇ ਵਾਲ ਪੁੱਟ ਰਹੇ ਹੁੰਦੇ ਆ, ਕੱਪੜੇ ਖਿਲਾਰੇ ਪਏ ਆ, ਰਸੋਈ 'ਚ ਇੰਨੇ ਭਾਂਡੇ ਪਏ ਹੁੰਦੇ ਆ। ਤਾਂ ਉਹ ਜਾ ਕੇ ਕਹਿੰਦਾ ਵੀ ਆਹ ਕੀ ਹੋਇਆ ਪਿਆ, ਵੀ ਭਾਂਡੇ ਰਸੋਈ ਤੱਕ ਆਏ ਪਏ ਨੇ, ਵੀ ਬੱਚੇ ਇੱਕ ਦੂਜੇ ਦਾ ਕੁੱਟ ਕਟਾਪਾ ਕਰੀ ਜਾ ਰਹੇ ਨੇ, ਤੇ ਪੂਰਾ ਘਰ ਮਤਲਬ ਕਵਾੜਾ ਬਣਾਇਆ ਪਿਆ, ਵੀ ਤੂੰ ਕੀ ਕਰਦੀ ਸੀ? ਉਹ ਕਹਿੰਦੀ ਮੈਂ ਅੱਗੇ ਪਿੱਛੇ ਸਾਰਾ ਦਿਨ ਆਹੀ ਕਰਦੀ ਹੁੰਦੀ ਸੀ। ਵੀ ਜਿਹੜਾ ਤੈਨੂੰ ਆਉਂਦੇ ਨੂੰ ਇੰਨਾ ਸਕੂਨ ਮਿਲਦਾ ਸੀ ਘਰ 'ਚ, ਨਿਆਣੇ ਮਤਲਬ ਇੰਨੇ ਸ਼ਾਂਤ ਮਿਲਦੇ ਸੀ, ਵੀ ਮੈਂ ਸਾਰਾ ਦਿਨ ਇਹੀ ਚੀਜ਼ਾਂ ਮੈਨੇਜ ਕਰਦੀ ਹਾਂ। ਕਿਉਂਕਿ ਬਾਹਰ ਗਏ ਬੰਦੇ ਨੂੰ ਲੱਗਦਾ ਵੀ ਸ਼ਾਇਦ ਸਾਡੇ ਘਰੇ ਗੰਦ ਪੈਂਦਾ ਨਹੀਂ, ਸਾਡਾ ਘਰ ਇਹੀ ਰਹਿੰਦਾ ਹੈ। ਬਿਲਕੁਲ। ਹੁਣ ਗੁਰਦੀਪ ਇੱਕ ਬਹੁਤ ਛੋਟੀ ਜਿਹੀ ਐਗਜ਼ਾਮਪਲ ਆ ਨਾ ਇਸ ਚੀਜ਼ ਦੀ। ਪਹਿਲਾਂ ਹੁੰਦਾ ਸੀਗਾ ਕਿ ਆਪਣੇ ਮੰਮੀ ਹੁਣੀ ਇੱਕ ਚੁੱਲ੍ਹੇ 'ਤੇ ਕੰਮ ਕਰਦੇ ਹੁੰਦੇ ਸੀਗੇ, ਫਿਰ ਗੈਸ ਆਏ, ਚਲੋ ਇੱਕ ਚੁੱਲ੍ਹੇ ਤੋਂ 2 ਵਾਲੇ ਆ ਗਏ ਹੈ ਨਾ ਬਰਨਰ, ਹੁਣ ਤੁਹਾਨੂੰ ਪਤਾ 3 ਵਾਲੇ ਆ ਗਏ ਨੇ। ਉਹ 3 4 ਵਾਲੇ, ਹਾਂ 4 ਵਾਲੇ ਵੀ ਆ ਗਏ। ਉਹ 4 ਵਾਲੇ ਤੁਹਾਨੂੰ ਦੱਸਦੇ ਨੇ, ਤੁਹਾਡੇ ਅੱਗੇ ਬਹੁਤ ਵੱਡੀ ਉਦਾਹਰਣ ਨੇ ਵੀ ਔਰਤਾਂ ਦੇ
ਮਤਲਬ ਕਿੰਨੇ ਕੰਮਾਂ 'ਚ ਹੱਥ ਹੁੰਦੇ ਨੇ ਹਨਾ। ਉਹਨਾਂ ਕੋਲ ਇੰਨਾ ਵੀ ਵਕਤ ਨਹੀਂ ਹੁੰਦਾ ਵੀ ਉਹ 2 ਚੀਜ਼ਾਂ ਚੁੱਲ੍ਹੇ ਤੇ ਧਰ ਕੇ ਤੇ ਕਿਤੇ ਹੋਰ ਕੰਮ, ਉਹਨਾਂ ਨੇ 4 ਧਰੀਆਂ ਹੁੰਦੀਆਂ ਨੇ ਤੇ ਇੱਕ ਹੱਥ ਉਹਨਾਂ ਦਾ ਭਾਂਡੇ ਮਾਂਜ ਰਿਹਾ ਹੁੰਦਾ ਉਸ ਟਾਈਮ ਹਨਾ। ਤੇ ਸੇਮ ਜਿਹੜੀਆਂ ਜਨਾਨੀਆਂ ਘਰੇ ਰਹਿੰਦੀਆਂ ਨੇ ਉਹ ਇਹ ਵੀ ਨਹੀਂ ਕਹਿ ਸਕਦੀਆਂ ਵੀ ਹੁਣ ਮੇਰਾ ਤਾਂ ਡਿਊਟੀ ਦਾ ਟਾਈਮ ਹੋ ਗਿਆ, ਮੈਂ ਨਹਾ ਕੇ ਚੱਲੀ, ਜੋ ਰਹਿ ਗਿਆ ਤੁਸੀਂ ਆਪਣਾ ਆਪੇ ਹੀ ਕਰ ਲਿਓ ਹਨਾ। ਉਹਨਾਂ ਨੂੰ ਤਾਂ ਸਗੋਂ ਇਹ ਹੁੰਦਾ ਵੀ ਮਤਲਬ ਚਾਹੇ ਮੈਨੂੰ 10 ਮਿੰਟ ਆਰਾਮ ਨਹੀਂ ਮਿਲਿਆ, ਪਰ ਜਦੋਂ ਘਰੇ ਕੋਈ ਵਾਪਸ ਆਊਗਾ ਆਹ ਕੰਮ ਵੀ ਹੈ ਜਿਹੜਾ ਮੈਂ ਕਰਕੇ ਰੱਖ ਜਾਵਾਂ ਹਨਾ। ਇਹ ਵੀ ਪਿੰਡ ਦਿਮਾਗ 'ਚ ਹੁੰਦਾ। ਹੁਣ ਜਿੱਦਣ ਆਪਾਂ ਨੂੰ ਵੀ ਛੁੱਟੀ ਹੁੰਦੀ ਹੈ ਹਨਾ, ਜੇ ਕਿਤੇ ਘਰ ਦੇ ਬਾਹਰ ਗਏ ਹੋਣ, ਆਪਾਂ ਨੂੰ ਬੜਾ ਹੁੰਦਾ ਵੀ ਮੈਂ ਆਰਾਮ ਕਰ ਲੂੰ। ਕਈ ਵਾਰ ਉਹ ਕਹਿ ਕੇ ਵੀ ਜਾਂਦੇ ਨੇ ਵੀ ਹੁਣ ਐਵੇਂ ਨਾ ਲੱਗੀ ਰਹੀ ਵੀ ਆਰਾਮ ਵੀ ਕਰ ਲਈ ਹਨਾ, ਤੇ ਤਾਂ ਵੀ ਆਪਾਂ ਨੂੰ ਆਏ ਹੁੰਦਾ ਵੀ ਆਉਂਦਿਆਂ ਨੂੰ ਆ ਵੀ ਕਰਕੇ ਰੱਖ ਦਈਏ, ਆ ਵੀ ਕਰਕੇ ਰੱਖ ਦਈਏ ਨਾ। ਘਰੇ ਰਹੇ ਬੰਦਾ ਕਦੇ ਆਰਾਮ ਕਰ ਹੀ ਨਹੀਂ ਸਕਦਾ ਹੈਗਾ। ਸਹੀ ਗੱਲ ਆ। ਤੇ ਕੰਮ ਤੁਹਾਡੇ ਜਿੰਮੇ ਹੋ ਜਾਂਦਾ। ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਹੀ ਹਾਂ ਵੀ ਆਪਾਂ ਕਈ ਵਾਰੀ ਆਪਣੇ ਫੈਸਲੇ ਵੀ ਨਹੀਂ ਆਪਾਂ ਦੱਸ ਸਕਦੇ। ਮੰਨ ਲਓ ਮੈਂ ਘਰੇ ਆ ਬੇਸ਼ੱਕ, ਪਰ ਮੈਂ ਸਰੀਰਕ ਤੌਰ ਤੇ ਮੇਰੇ 'ਚ ਉਨੀ ਹਿੰਮਤ ਨਹੀਂ ਵੀ ਮੈਂ ਸਾਰਾ ਘਰ ਸੰਭਾਲ ਸਕਾਂ, ਮੈਂ ਕੱਪੜੇ ਵੀ ਧੋ ਸਕਾਂ, ਮੈਂ ਝਾੜੂ ਪੋਚਾ ਵੀ ਕਰ ਸਕਾਂ, ਮੈਂ ਬੱਚੇ ਵੀ। ਤਾਂ ਉਹਨੂੰ ਇੰਨੀ ਗਿਲਟ ਹੁੰਦੀ ਆ ਆਪਣੇ ਅੰਦਰ, ਉਹਨੂੰ ਲੱਗਦਾ ਹੁੰਦਾ ਕਿ ਮੈਂ ਕਮਾ ਕੇ ਤਾਂ ਕੁਛ ਲਿਆ ਨਹੀਂ ਰਹੀ। ਮੈਂ ਇਹ ਵੀ ਨਹੀਂ ਕਹਿ ਸਕਦੀ ਕਿ ਮੈਨੂੰ ਇੱਕ ਝਾੜੂ ਪੋਚੇ ਵਾਲੀ ਰੱਖ ਦਿਓ, ਜਾਂ ਝਾੜੂ ਪੋਚੇ ਵਾਲੀ ਹੈ ਤਾਂ ਮੈਨੂੰ ਕੱਪੜੇ ਧੋਣ ਵਾਲੀ ਰੱਖ ਦਿਓ, ਕਿਉਂਕਿ ਮੈਂ ਧੋ ਨਹੀਂ। ਹਾਂ, ਪਰ ਇਹੀ ਤਾਂ ਚੀਜ਼ ਆਪਾਂ ਅੰਦਰੋਂ ਕੱਢਣੀ ਆ। ਤੇ ਸਭ ਤੋਂ ਵੱਡੀ ਚੀਜ਼ ਆ ਨਾ ਗੁਰਦੀਪ, ਜਿਹੜੀ ਉਹ ਇਹ ਹੁੰਦੀ ਆ ਵੀ ਜਦੋਂ ਤੁਸੀਂ ਪੈਸਾ ਸੱਚੀ ਆਪਣੀ ਮਰਜ਼ੀ ਦਾ ਆਪ ਮਤਲਬ ਕਮਾ ਨਹੀਂ ਰਹੇ ਹਨਾ, ਫਿਰ ਤੁਸੀਂ ਕਦੇ ਆਪਣੀ ਮਰਜ਼ੀ ਦਾ ਖਰਚਾ ਨਹੀਂ ਕਰ ਸਕਦੇ। ਬੇਸ਼ੱਕ ਤੁਹਾਨੂੰ ਘਰ ਦੇ ਪੂਰੀ ਚੀਜ਼ ਦਿੰਦੇ ਆ, ਤੁਹਾਡੇ ਬਿਨਾਂ ਕਹੇ ਕੋਈ ਵੀ ਸਹੂਲਤ ਆ ਜਿਹੜੀ ਤੁਹਾਨੂੰ ਮਿਲ ਰਹੀ ਆ, ਕੱਪੜਿਆਂ ਤੋਂ, ਰਿਸ਼ਤੇਦਾਰੀਆਂ ਤੋਂ, ਤੁਸੀਂ ਕਿਸੇ ਨਾਲ ਕਿਵੇਂ ਵਰਤਣਾ ਤੁਹਾਨੂੰ ਪੂਰੀ ਖੁੱਲ੍ਹ ਆ, ਪਰ ਮਨ ਹੀ ਉਸ ਚੀਜ਼ ਲਈ ਕਦੀ ਮਤਲਬ ਪੂਰੀ ਹਿੰਮਤ ਨਾਲ ਹਾਮੀ ਨਹੀਂ ਭਰਦਾ ਵੀ ਮੈਂ ਇੱਥੇ ਇੰਨਾ ਕਰ ਲਵਾਂ ਹਨਾ। ਕਈ ਆਪਾਂ ਤਾਂ ਚਲੋ ਬਹੁਤ ਖੁਸ਼ਕਿਸਮਤ ਆ ਕਿ ਆਪਾਂ ਨੂੰ ਕੋਈ ਇਹੋ ਜਿਹੀਆਂ ਰੋਕਾਂ ਟੋਕਾਂ ਨਹੀਂ ਮਿਲੀਆਂ, ਪਰ ਕਈ ਪਰਿਵਾਰਾਂ 'ਚ ਤਾਂ ਔਰਤਾਂ ਨੂੰ ਸੂਟ ਵੀ ਗਿਣ ਕੇ ਲਿਆ ਕੇ ਦਿੱਤੇ ਜਾਂਦੇ ਵੀ ਤੂੰ ਕਿਹੜਾ ਕਿਸੇ ਨੌਕਰੀ ਤੇ ਚੱਲੀ ਆ ਵੀ ਤੈਨੂੰ ਸੂਟਾਂ ਦੀ ਇੰਨਿਆਂ ਦੀ ਜ਼ਰੂਰਤ ਹੈ। ਉਹੀ ਤਾਂ ਹੈ ਵੀ ਘਰ ਜਿਹੜਾ ਬੰਦਾ ਘਰ ਸੰਭਾਲ ਰਿਹਾ ਵੀ ਕੀ ਉਹਦੇ ਚਾਅ ਇੱਛਾਵਾਂ ਰੀਝਾਂ ਹੋ ਨਹੀਂ ਸਕਦੇ ਕਿਤੇ ਵੀ। ਜੇ ਉਹ ਘਰ ਤੋਂ ਬਾਹਰ ਨਹੀਂ ਜਾ ਰਹੇ, ਕੀ ਉਹਨੂੰ ਕੱਪੜੇ ਲੈਣੇ ਦੀ ਵੀ ਜ਼ਰੂਰਤ ਨਹੀਂ। ਔਰ ਇੱਕ ਚੀਜ਼ ਆ ਗੁਰਦੀਪ, ਇਹਦੇ ਤੇ ਆਪਾਂ ਜਦੋਂ ਬਿੰਦੂ ਬਰਾੜ ਮੈਮ ਉਹਨਾਂ ਨਾਲ ਐਪੀਸੋਡ ਕੀਤਾ ਸੀ ਉਦੋਂ ਵੀ ਗੱਲ ਕੀਤੀ ਸੀ ਕਿ ਆਪਾਂ ਕਹਿੰਦੇ ਕਿ ਤਲਾਕ ਬਹੁਤ ਵੱਧ ਗਏ ਹਨਾ। ਤਲਾਕ 'ਚ ਮਸਲੇ ਉਨੇ ਹੀ ਨੇ, ਮਸਲੇ ਇਹ ਨਹੀਂ ਕਹਿੰਦੇ ਵੀ ਆਪਾਂ ਹੁਣ ਚੌਗਣੇ ਹੋ ਗਏ ਜਾਂ 5 ਗੁਣਾ ਹੋ ਗਏ। ਤਲਾਕ ਵਧਣ ਦੀ ਵਜ੍ਹਾ ਇਹ ਆ ਕਿ ਔਰਤ ਨਾ ਜਦੋਂ ਘਰ ਤੋਂ ਬਾਹਰ ਜਾਂਦੀ ਆ, ਆਪਣਾ ਕਮਾਉਂਦੀ ਆ, ਤਾਂ ਉਹਨੂੰ ਪਤਾ ਲੱਗਣ ਲੱਗ ਗਿਆ ਕਿ ਜਿਹੜਾ ਸਾਲਾਂ ਤੋਂ ਤਸ਼ੱਦਦ ਆ ਮੈਂ ਚੱਲ ਰਹੀ ਹਾਂ, ਉਹ ਮੈਨੂੰ ਸਹਿਣ ਦੀ ਜ਼ਰੂਰਤ ਨਹੀਂ ਹੈ ਨਾ। ਬਹੁਤ ਸਾਰੇ ਹਾਲਾਤਾਂ 'ਚੋਂ ਫੈਸਲਾ ਕਰ ਲੈਂਦੀ ਆ ਕਿ ਮੈਂ ਜੇ ਕਮਾ ਰਹੀ ਹਾਂ ਤਾਂ ਮੈਂ ਇਸ ਨਰਕ 'ਚ ਪੂਰੀ ਜ਼ਿੰਦਗੀ ਨਾ ਕੱਢਾਂ। ਤੇ ਜਿਹੜੀਆਂ ਘਰੇ ਬੈਠੀਆਂ ਔਰਤਾਂ ਨੇ ਉਹਨਾਂ 'ਚ ਇਹ ਵੀ ਹਿੰਮਤ ਨਹੀਂ ਹੈਗੀ। ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ ਮਾਨਸਿਕ, ਸਰੀਰਕ ਤੇ ਸਮਾਜਿਕ ਇਹੀ ਆ ਕਿ ਜਦੋਂ ਬੰਦਾ ਕਮਾ ਨਹੀਂ ਰਿਹਾ ਹੁੰਦਾ, ਉਹ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਕਹਿ ਸਕਦਾ ਕਿ ਮੈਂ 4 ਦਿਨ ਤੇਰੇ ਘਰੇ ਆ ਕੇ ਰਹਿ ਲਾਂ ਜੇ ਮੇਰੇ ਘਰੇ ਕੋਈ ਸਮੱਸਿਆ। ਉਹਦੇ ਮਾਂ ਪਿਓ ਵੀ ਉਹਨੂੰ ਆਪਦੇ ਘਰੇ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਉਹਨਾਂ ਨੂੰ ਲੱਗਦਾ ਹੁੰਦਾ ਵੀ ਕਮਾਉਣ ਦੀ ਕੁਛ ਹੈ ਨਹੀਂ, ਤਾਂ ਸਾਰੀ ਉਮਰ ਲਈ ਸਾਡੇ ਤੇ ਬੋਝ ਹੋ ਜੂ। ਤੇ ਇਸ ਲਈ ਕਿੰਨਾ ਤਸ਼ੱਦਦ ਆ ਜਿਹੜਾ ਉਹ ਔਰਤਾਂ ਝੱਲ ਲੈਂਦੀਆਂ ਨੇ ਇਸੇ ਵਜ੍ਹਾ ਨਾਲ ਕਿ ਮੈਂ ਕੁਛ ਕਮਾ ਨਹੀਂ ਰਹੀ, ਜੇ ਮੈਂ ਇੱਥੋਂ ਚਲੇਗੀ ਤਾਂ ਮੇਰੇ ਸਿਰ ਤੋਂ ਛੱਤ ਵੀ ਚਲੀ ਜਾਊ ਤੇ ਮੈਨੂੰ ਲੋਕ ਵੀ ਕੀ ਕਹਿਣਗੇ ਨਾ। ਹੁਣ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਕਿੰਨੀਆਂ ਕੁੜੀਆਂ ਆਉਂਦੀਆਂ ਨੇ ਰੋਜ਼ ਬੱਸ 'ਚ ਨਾ, ਉਹਨਾਂ 'ਚ ਇੱਕ ਇਹੋ ਜਿਹੀ ਕੁੜੀ ਵੀ ਆਉਂਦੀ ਆ ਵੀ ਜਿਹੜੀ ਬਹੁਤ ਚੰਗੇ ਡੈਜਿਗਨੇਸ਼ਨ ਤੇ ਬਹੁਤ ਵਧੀਆ ਸੈਲਰੀ ਵਾਲੀ ਜੋਬ ਕਰ ਰਹੀ ਆ, ਔਰ ਉਹਨੇ ਆਪਦੇ ਵਿਆਹ ਤੋਂ 3 ਸਾਲ ਬਾਅਦ ਮਤਲਬ ਉਹਦਾ ਹਸਬੈਂਡ ਉਹਦੀ ਇੰਨੀ ਕੁੱਟਮਾਰ ਕਰਦਾ ਸੀ ਕਿ ਉਹਨੇ ਡਿਸੀਜ਼ਨ ਲੈ ਲਿਆ ਕਿ ਮੈਂ ਸੈਪਰੇਟ ਰਹੂੰਗੀ ਹੈ ਨਾ ਆਪਣੇ ਬੱਚੇ ਨੂੰ ਲੈ ਕੇ। ਤੇ ਉਹਦੇ ਪੇਰੈਂਟਸ ਉਹਦੇ ਨਾਲ ਖੁਸ਼ ਨੇ। ਕਿਉਂ ਖੁਸ਼ ਨੇ? ਕਿਉਂਕਿ ਉਹ ਆਪਣਾ ਕਮਾ ਰਹੀ ਆ, ਇੰਨਾ ਕੁ ਕਮਾ ਰਹੀ ਆ, ਆਪਦੇ ਬੱਚੇ ਨੂੰ ਵੀ ਪੜ੍ਹਾ ਸਕਦੀ ਆ, ਘਰ ਵੀ ਬਣਾ ਸਕਦੀ ਆ। ਤੇ ਜੇ ਇਹੀ ਕੋਈ ਹਾਊਸ ਵਾਈਫ ਆ ਕੇ ਬੈਠ ਜਾਵੇ ਤਾਂ ਉਹਦੇ ਲਈ ਤੁਸੀਂ ਦੇਖੋ ਵੀ ਨਜ਼ਰੀਆ ਸਭ ਤੋਂ ਪਹਿਲਾਂ ਤਾਂ ਮਾਂ ਪਿਓ ਦਾ ਕਿਹੋ ਜਿਹਾ ਹੋ ਜਾਂਦਾ। ਫਿਰ ਭੈਣ ਭਰਾ ਨਹੀਂ ਤੁਹਾਨੂੰ ਚੱਲਦੇ, ਫਿਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੋਂ ਮੂੰਹ ਪਹਿਲਾਂ ਹੀ ਮੋੜ ਲੈਂਦੇ। ਹਾਂ ਨਹੀਂ, ਪਰ ਇਹ ਤਾਂ ਗੱਲ ਉਹ ਹੋ ਗਈ ਕਿ ਨਾ ਵੀ ਜੇ ਤੁਸੀਂ ਕਮਾਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋ ਸਕਦੀ ਹੈ। ਪਰ ਮੈਂ ਕਹਿੰਦੀ ਹਾਂ ਵੀ ਜਿਹੜੀਆਂ ਔਰਤਾਂ ਬਾਈ ਚੋਇਸ ਘਰੇ ਰਹਿੰਦੀਆਂ ਨੇਗੀਆਂ ਵੀ ਮਤਲਬ ਉਹ ਕਹਿੰਦੀਆਂ ਵੀ ਅਸੀਂ ਨਹੀਂ ਜੋਬ ਕਰਨੀ, ਗੱਲ ਤਾਂ ਦਿੱਕਤ ਤਾਂ ਉਹਨਾਂ ਦੀ ਆ ਵੀ ਅਸੀਂ ਸਮਝਣ ਲੱਗ ਜਾਂਦੇ ਆ ਵੀ ਘਰੇ ਰਹਿ ਰਹੇ ਆ ਮਤਲਬ ਵੀ ਇਹਨੂੰ ਨਹੀਂ ਕੱਖ ਪਤਾ ਹੋਣਾ, ਵੀ ਇਹ ਕਾਸੇ ਜੋਗੀ ਨਹੀਂ ਹੈਗੀ। ਸੋ ਸੋਚ ਉਹਨਾਂ ਔਰਤਾਂ ਦੇ ਲਈ ਸਾਨੂੰ ਬਦਲਣ ਦੀ ਲੋੜ ਹੈ ਜਿਹੜੀਆਂ ਬਾਈ ਚੋਇਸ ਘਰ ਰਹਿੰਦੀਆਂ ਨੇਗੀਆਂ। ਉਹਨਾਂ ਨੂੰ ਹੈਗਾ ਵੀ ਅਸੀਂ ਜੋਬ ਨਹੀਂ ਕਰਨੀ, ਮੈਂ ਆਪਦਾ ਘਰ ਦੇਖੂੰਗੀ। ਤੇ ਦੂਸਰੀ ਗੱਲ, ਤੇ ਜੇ ਉਹ ਘਰ ਰਹਿ ਰਹੀ ਆ ਤਾਂ ਅਸੀਂ ਸਮਝਣ ਲੱਗ ਜਾਂਦੇ ਆ ਵੀ ਇਹ ਮਤਲਬ ਜ਼ਿੰਦਗੀ 'ਚ ਕੁਛ ਕਰ ਹੀ ਨਹੀਂ ਰਹੀ ਹੈਗੀ, ਨਾ ਇਹ ਮਤਲਬ ਘਰੇ ਕੋਈ ਕੰਮ ਕਰਦੀ ਹੈ, ਨਾ ਥੱਕਦੀ ਹੈ, ਨਾ ਹੀ ਇਹਦੀ ਕੋਈ ਇਨਪੁਟ ਆਊਟਪੁੱਟ ਆ। ਸੋ ਉਹ ਚੀਜ਼ਾਂ ਸਾਨੂੰ ਬਦਲਣ ਦੀ ਲੋੜ ਆ। ਮਤਲਬ ਆਸ ਗੁਆਂਢ ਵੀ ਜਾਂ ਖਾਸ ਤੌਰ 'ਤੇ ਰਿਸ਼ਤੇਦਾਰ ਵੀ ਪੁੱਛਣ ਲੱਗ ਜਾਂਦਾ, ਤੂੰ ਅੱਛਾ ਫਿਰ ਘਰੇ ਹੀ ਹੁੰਨੀ ਆ, ਫਿਰ ਨੌਕਰੀ ਦਾ ਕਦੇ ਨਹੀਂ ਸੋਚਿਆ ਹੈਗਾ? ਅੱਛਾ ਫਿਰ ਪੜ੍ਹ ਲਿਖ ਕੇ ਘਰੇ ਬਹਿ ਗਈ ਹੈ।
ਉਹ ਸੋਚ ਬਦਲਣ ਦੀ ਲੋੜ ਆ। ਅੱਜ ਕੱਲ ਤਾਂ ਪੜ੍ਹਨ ਲਿਖਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਪੜ੍ਹਦੇ ਲਿਖਦੇ ਤੁਸੀਂ ਨੌਕਰੀ ਲਈ ਨਹੀਂ ਹੈਗੇ। ਪੜ੍ਹਦੇ ਲਿਖਦੇ ਤੁਸੀਂ ਆਪਣੇ ਗਿਆਨ ਵਧਾਉਣ ਲਈ ਹੋ, ਹੈ ਨਾ। ਤੁਹਾਨੂੰ ਕੌਣ ਕਹਿੰਦਾ ਵੀ ਤੁਸੀਂ ਪੜ੍ਹ ਲਿਖ ਕੇ ਨੌਕਰੀ ਹੀ ਲੱਗੋਗੇ। ਫਿਰ ਤਾਂ ਸਾਡੇ ਜਿੰਨੇ ਮਤਲਬ ਕਿੰਨੇ ਲੋਕੀ ਨੇ ਜਿਹੜੇ ਨਿਆਣੇ ਸਾਡੇ ਪੜ੍ਹੇ ਲਿਖੇ ਬੇਰੁਜ਼ਗਾਰ ਨੇਗੇ, ਫਿਰ ਤਾਂ ਉਹਨਾਂ ਨੂੰ ਵੀ ਨੌਕਰੀ ਮਿਲਣੀ ਚਾਹੀਦੀ ਸੀ। ਪੜ੍ਹਦਾ ਲਿਖਦਾ ਬੰਦਾ ਆਪਦੀ ਆਪਾਂ ਕੀ ਕਹਿ ਸਕਦੇ ਹਾਂ ਵੀ ਗਿਆਨ ਵਧਾਉਣ ਲਈ ਜਾਂ ਤੁਹਾਡੇ ਕੋਲ ਇੱਕ 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 ਵਾਧੂ ਗੁਣ ਆ ਜਿਹੜਾ ਤੁਹਾਨੂੰ ਦੁਨੀਆਦਾਰੀ ਹੋਰ ਬਿਹਤਰ ਤਰੀਕੇ ਨਾਲ ਸਿਖਾ ਦਿੰਦਾ। ਹਾਂ, ਤੁਸੀਂ ਸਮਝ ਜਾਂਦੇ ਹੋ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਮੈਂ MA BEd ਕੀਤੀ ਆ ਜਾਂ ਜੇ ਮੈਂ MB ਵੀ ਆ, ਜੇ ਮੈਂ ਮਤਲਬ PhD ਵੀ ਕੀਤੀ ਹੋਈ ਆ, ਤਾਂ ਹੋ ਸਕਦਾ ਕਈ ਲੋਕੀ ਸਿਰਫ ਸ਼ੌਂਕ ਲਈ ਪੜ੍ਹਦੇ ਨੇ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਇੰਨਾ ਪੜ੍ਹ ਲਿਖ ਕੇ ਮੈਂ ਜੌਬ ਹੀ ਕਰੂੰਗੀ। ਹੋ ਸਕਦਾ ਵੀ ਮੈਂ ਸਿਰਫ ਆਪਣੇ ਇੰਟਰਸਟ ਲਈ ਪੜ੍ਹ ਰਹੀ ਹਾਂ, ਮੈਨੂੰ ਵੈਸੇ ਪੜ੍ਹਾਈ ਚੰਗੀ ਲੱਗਦੀ ਆ, ਪਰ ਮਤਲਬ ਜੌਬ ਕਰਨਾ ਮੇਰੀ ਪਹਿਲ ਨਹੀਂ ਹੈਗੀ। ਇਹ ਜ਼ਰੂਰੀ ਨਹੀਂ ਹੁੰਦਾ। ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਸੀਂ ਨੌਕਰੀ ਕਰਦੇ ਹੀ ਹੋਣੇ ਚਾਹੀਦੇ ਹੋ ਨਾ। ਸੋ ਉਹਨਾਂ ਭੈਣਾਂ ਲਈ ਵੀ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਹਾਡਾ ਇਹ ਨਿੱਜੀ ਫੈਸਲਾ ਸੀਗਾ, ਤੁਹਾਨੂੰ ਘਰੇ ਰਹਿਣਾ ਜ਼ਿਆਦਾ ਚੰਗਾ ਲੱਗਦਾ ਆ, ਘਰ ਦੇ ਕੰਮ ਕਰਨੇ ਜ਼ਿਆਦਾ ਚੰਗੇ ਲੱਗਦੇ ਆ। ਇੱਕ ਤਾਂ ਹੁੰਦਾ ਬਾਹਰ, ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਦੇ, ਸਿਰਫ ਫਰਕ ਇੰਨਾ ਆ ਵੀ ਉਹਨਾਂ ਨੂੰ ਪੈਸੇ ਮਿਲਦੇ ਨੇ, ਤੁਹਾਨੂੰ ਨਹੀਂ ਮਿਲਦੇ। ਸਗੋਂ ਤੇ ਤੁਸੀਂ ਘਰਦਿਆਂ ਦੇ ਪੈਸੇ ਬਚਾਉਣ 'ਚ ਹੈਲਪ ਕਰਦੇ ਹੋ। ਸੋ ਤੁਸੀਂ ਤਾਂ ਬਹੁਤ ਜ਼ਿਆਦਾ ਕੰਟਰੀਬਿਊਟ ਕਰ ਰਹੇ ਹੋ। ਜਿਹੜਾ ਬੰਦਾ ਘਰੋਂ ਕਮਾਉਣ ਬਾਹਰ ਨਿਕਲਿਆ ਨਾ, ਉਹਨਾਂ ਦੀਆਂ ਵੀ ਲੱਖ ਦਿੱਕਤਾਂ ਹੁੰਦੀਆਂ ਨੇ, ਆਪਾਂ ਉਹਨਾਂ ਲੋਕਾਂ 'ਚੋਂ ਹੀ ਆਉਂਦੇ ਹਾਂ। ਪਰ ਕਿਤੇ ਨਾ ਕਿਤੇ ਉਹ ਆਪਦੇ ਲਈ ਕਮਾ ਰਹੇ ਨੇਗੇ, ਉਹਨਾਂ ਦੀ ਜੋ ਕੰਮ ਕਰਕੇ ਆਉਂਦੇ ਨੇ, ਹੈ ਨਾ, ਉਹਨਾਂ ਦੀ ਕਦਰ ਪੈ ਰਹੀ ਆ, ਉਹਨਾਂ ਨੂੰ ਉਸ ਚੀਜ਼ ਦੇ ਪੈਸੇ ਮਿਲ ਰਹੇ ਨੇਗੇ। ਤੁਸੀਂ ਤਾਂ ਬਹੁਤ ਵੱਡਾ ਕੰਟਰੀਬਿਊਸ਼ਨ ਕਰ ਰਹੇ ਹੋ, ਕਿਉਂਕਿ ਤੁਸੀਂ ਕੰਮ ਵੀ ਕਰ ਰਹੇ ਹੋ, ਤੁਹਾਨੂੰ ਪੈਸੇ ਵੀ ਨਹੀਂ ਮਿਲ ਰਹੇ ਹੈਗੇ, ਤੇ ਦੂਸਰਾ ਤੁਸੀਂ ਘਰ ਦੇ ਕਿੰਨੇ ਖਰਚੇ ਨੇ ਜਿਹੜੇ ਕਿ ਆਪ ਕੰਮ ਕਰਕੇ ਘਰਦਿਆਂ ਦੇ ਉਹ ਤੁਸੀਂ ਖ਼ਤਮ ਕਰ ਦਿੰਦੇ ਹੋ ਨਾ। ਵੀ ਉੱਥੇ ਜੇ ਤੁਸੀਂ ਘਰੇ ਨਾ ਹੋ, ਤੁਹਾਨੂੰ ਘਰ ਦੇ ਲਈ ਖਾਣਾ ਬਣਾਉਣ ਦੇ ਲਈ ਵੀ ਕੋਈ ਰੱਖਣਾ ਪਵੇ, ਸਾਫ਼ ਸਫਾਈ ਲਈ ਵੀ, ਝਾੜੂ ਪੋਚੇ ਲਈ ਵੀ, ਤੇ ਆਪਣਾ ਕੱਪੜੇ ਧੋਣ ਲਈ ਵੀ ਆਪਾਂ ਅਲੱਗ-ਅਲੱਗ ਮੇਡਸ ਰੱਖਦੇ ਹਾਂ ਨਾ, ਤਾਂ ਉਹ ਕਿੰਨੇ ਖਰਚੇ ਨੇ ਜਿਹੜੇ ਤੁਸੀਂ ਬਚਾ ਰਹੇ ਹੋ ਘਰੇ ਰਹਿ ਕੇ, ਤੇ ਉਹ ਵੀ ਤਾਂ ਤੁਸੀਂ ਘਰਦਿਆਂ ਦੀ ਹੈਲਪ ਹੀ ਕਰ ਰਹੇ ਹੋ, ਹੈ ਨਾ। ਜ਼ਰੂਰੀ ਨਹੀਂ ਵੀ ਘਰੋਂ ਬਾਹਰ ਨਿਕਲ ਕੇ ਜੌਬ ਕਰਕੇ ਹੀ ਤੁਸੀਂ ਘਰ ਦੇ ਵਿੱਚ ਕੋਈ ਯੋਗਦਾਨ ਪਾ ਸਕਦੇ ਹੋ। ਤੁਸੀਂ ਦੇਖੋ ਗੁਰਦੀਪ, ਜਿੱਥੇ ਘਰੇ ਕੁੜੀਆਂ ਰਹਿੰਦੀਆਂ ਨੇ, ਮਤਲਬ ਨਹੀਂ ਕੋਈ, ਜਿਵੇਂ ਤੁਸੀਂ ਕਿਹਾ ਵੀ ਆਪਣੀ ਵੀ ਇੱਕ ਚੁਆਇਸ ਹੈ ਕਿ ਮੈਂ ਕੰਮ ਕਰਨਾ ਜਾਂ ਨਹੀਂ ਕਰਨਾ, ਉੱਥੇ ਤੁਸੀਂ ਦੇਖੋ ਵੀ ਘਰ ਦੇ ਬੰਦੇ, ਖਾਸ ਕਰਕੇ ਮਤਲਬ ਕੁੜੀਆਂ ਦੇ ਸੱਸ ਸਹੁਰੇ ਦੀ ਜ਼ਿੰਦਗੀ ਕਿੰਨੀ ਸੌਖੀ ਹੁੰਦੀ ਆ, ਹੈ ਨਾ। ਮੈਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ। ਬੰਦੇ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿ ਮੈਂ ਮਤਲਬ ਜੌਬ ਤੋਂ ਘਰੇ ਚੱਲਿਆ ਤਾਂ ਮੈਂ ਘਰੇ ਜਾ ਕੇ ਕੋਈ ਕੰਮ ਕਰਨਾ ਜਾਂ ਬੱਚੇ ਸੰਭਾਲੂੰਗਾ, ਵੀ ਉਹ ਹਲੇ ਨੌਕਰੀ ਤੋਂ ਆਈ ਨਹੀਂ ਹੋਣੀ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰੀ ਵਾਈਫ ਹੈਗੀ ਆ ਘਰੇ, ਉਹ ਸਾਰਾ ਕੁਝ ਦੇਖ ਲੂਗੀ। ਸੱਸ ਸਹੁਰੇ ਜਿਹੜੇ ਹੁਣ ਜਿਵੇਂ ਆਪਾਂ ਆਪਣੇ ਮੰਮੀ ਡੈਡੀ ਤੇ ਲਾ ਕੇ ਦੇਖ ਲਈ, ਹੈ ਨਾ, ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਦੋਂ ਨੂੰਹ ਘਰ ਤੋਂ ਬਾਹਰ ਗਈ ਹੋਈ ਆ, ਉਹਨਾਂ ਨੇ ਬੱਚੇ ਵੀ ਦੇਖਣੇ ਨੇ, ਉਹਨਾਂ ਨੇ ਘਰ ਦਾ ਕੰਮ ਵੀ ਦੇਖਣਾ। ਤੇ ਇਸ ਉਮਰ 'ਚ ਜਿੱਥੇ ਆਪਾਂ ਕਹਿ ਦਿੰਦੇ ਹਾਂ ਮਾਂ ਪਿਓ ਨੂੰ ਵੀ ਹੁਣ ਤੁਸੀਂ ਵਿਹਲੇ ਹੋ, ਤੁਸੀਂ ਆਪਣੀ ਜ਼ਿੰਦਗੀ ਜਿਉਂ ਕਿਉਂਕਿ ਤੁਸੀਂ ਸਾਰੀ ਉਮਰ ਕੰਮ ਕਰ ਲਿਆ, ਉੱਥੇ ਉਹ ਕੰਮਕਾਜੀ ਨੂੰਹਾਂ ਦੇ ਸੱਸ ਸਹੁਰਾ ਐਤਵਾਰ ਉਡੀਕਦੇ ਰਹਿੰਦੇ ਆ ਕਿ ਅਸੀਂ ਉਸ ਦਿਨ ਵਿਹਲੇ ਹੋਵਾਂਗੇ, ਫਿਰ ਅਸੀਂ ਕਿਸੇ ਰਿਸ਼ਤੇਦਾਰੀ ਵੀ ਮਿਲਣ ਜਾਵਾਂਗੇ, ਹੈ ਨਾ। ਤੇ ਬੰਦਾ ਇਸ ਪੱਖ ਤੋਂ ਨਹੀਂ ਚੀਜ਼ਾਂ ਨੂੰ ਦੇਖਦਾ। ਬੰਦੇ ਨੂੰ ਇਹ ਲੱਗਦਾ ਵੀ ਜੇ ਗੁਆਂਢ 'ਚ ਕਿਸੇ ਦੀ ਨੂੰਹ ਕਮਾ ਰਹੀ ਹੈ ਤਾਂ ਉਹ ਕਿਉਂ ਕਮਾ ਰਹੀ ਹੈ, ਸਾਡੀ ਕਿਉਂ ਨਹੀਂ ਕਮਾ ਰਹੀ, ਹੈ ਨਾ। ਤੇ ਕਮਾ ਨਹੀਂ ਰਹੀ, ਪਰ ਉਹਦੇ ਬਦਲੇ ਤੁਹਾਨੂੰ ਕਿੰਨਾ ਵੱਡਾ ਸੁੱਖ ਆ ਜਿਹੜਾ ਜ਼ਿੰਦਗੀ 'ਚ ਮਿਲ ਰਿਹਾ। ਹੁਣ ਆਪਾਂ ਚਾਹੇ ਗੱਲਾਂ ਹਾਸੇ ਮਜ਼ਾਕ 'ਚ ਹੀ ਕਰਦੇ ਨੇ। ਮਨਜੀਤ ਭਾਜੀ ਕਹਿੰਦੇ ਹੁੰਦੇ ਮੈਨੂੰ ਬਿੱਲ ਭਰਨ ਦੀ ਵੀ ਚਿੰਤਾ ਨਹੀਂ ਹੈਗੀ। ਮੈਂ ਜਦੋਂ ਘਰੇ ਜਾ ਕੇ ਪੁੱਛਦਾ, ਉਹ ਕਹਿੰਦੇ ਹੁੰਦੇ ਭਰਿਆ ਹੋਇਆ, ਆਹ ਕੰਮ ਕਰਿਆ ਹੋਇਆ, ਨਾ। ਉਹ ਵੀ ਤਾਂ ਤੁਹਾਡੀ ਜ਼ਿੰਦਗੀ 'ਚ ਕਿੱਡਾ ਵੱਡਾ ਸਕੂਨ ਆ। ਫਿਰ ਤੁਸੀਂ ਚਾਹੇ ਕੋਈ 50,000 ਬਾਹਰੋਂ ਕਮਾ ਕੇ ਲਿਆ ਦੇਵੇ ਤੁਹਾਨੂੰ, ਪਰ ਜਿੰਨੀ ਸ਼ਿੱਦਤ ਨਾਲ ਤੁਹਾਡੇ ਘਰ ਦੀ ਔਰਤ ਖੁਦ ਆਪਣੇ ਘਰ ਨੂੰ ਸੰਭਾਲ ਸਕਦੀ ਹੈ, ਕੋਈ ਬੰਦਾ ਨਹੀਂ ਸੰਭਾਲ ਸਕਦਾ। ਤੁਹਾਨੂੰ ਲੱਗੂਗਾ ਕਿ ਕੋਈ ਗੱਲ ਨਹੀਂ, ਚੱਲ 5,000 ਤੇ ਰੋਟੀ ਵਾਲੀ ਰੱਖ ਲਾਂਗੇ, 2,000 ਤੇ ਕੱਪੜਿਆਂ ਵਾਲੀ ਰੱਖ ਲਾਂਗੇ, 4,000 ਤੇ ਝਾੜੂ ਪੋਚੇ ਵਾਲੀ ਵੀ ਮਿਲ ਜੂਗੀ। ਪਰ ਤੁਸੀਂ ਇਹ ਦੇਖੋ ਗੁਰਦੀਪ ਕਿ ਉਹ ਤੁਹਾਨੂੰ ਉਨਾ ਸਕੂਨ ਮਿਲਦਾ ਉਸ ਚੀਜ਼ 'ਚ। ਲੋਕ ਕਹਿ ਦਿੰਦੇ ਨੇ ਕਿ ਅਸੀਂ ਰਸੋਈਏ ਤਾਂ ਰੱਖ ਲਏ, ਸਾਡਾ ਰਾਸ਼ਨ ਜਿਹੜਾ 10,000 ਦਾ ਆਉਂਦਾ ਸੀ ਉਹ 20 ਤੇ ਅੱਪੜ ਗਿਆ, ਹੈ ਨਾ। ਤੇ ਜੇ ਦੂਜੇ ਪਾਸੇ ਤੁਹਾਡਾ ਉਨਾ ਹੀ ਜ਼ਿਆਦਾ ਨੁਕਸਾਨ ਹੋ ਰਿਹਾ, ਤਾਂ ਉਦੋਂ ਵਧੀਆ ਨਹੀਂ ਕਿ ਜਿਹੜਾ ਬੰਦਾ ਘਰੇ ਤੁਹਾਨੂੰ ਇੰਨੇ ਪਿਆਰ ਮੁਹੱਬਤ ਨਾਲ ਆਪਣਾ ਸਮਝ ਕੇ ਕਰ ਰਿਹਾ, ਤੁਸੀਂ ਉਹਦੀ ਇੱਜ਼ਤ ਕਰੋ, ਉਹਨੂੰ ਇਹ ਮਹਿਸੂਸ ਹੀ ਨਾ ਕਰਾਓ ਕਿ ਜਿਹੜਾ ਮਤਲਬ ਹੁਣ ਬਾਹਰ ਜਾ ਕੇ ਕਮਾ ਰਿਹਾ ਤੂੰ ਉਹਦੇ ਨਾਲੋਂ ਕਿਸੇ ਮਾਮਲੇ 'ਚ ਘੱਟ ਆ। ਦੂਸਰੀ ਗੱਲ ਨਾ, ਮੈਨੂੰ ਇਹ ਵੀ ਮੈਂ ਇੱਥੇ ਜ਼ਰੂਰ ਕਰਨਾ ਚਾਹੂੰਗੀ ਵੀ ਜਿਹੜੀਆਂ ਔਰਤਾਂ ਘਰ ਰਹਿੰਦੀਆਂ ਨੇਗੀਆਂ ਨਾ, ਕਈ ਵਾਰੀ ਉਹ ਸਮਝਣ ਲੱਗ ਜਾਂਦੀ ਵੀ ਮੈਨੂੰ ਡਰਾਈਵਿੰਗ ਸਿੱਖਣ ਦੀ ਕੀ ਲੋੜ ਆ, ਮੈਨੂੰ ਬੈਂਕ ਦੇ ਕੰਮ ਸਿੱਖਣ ਦੀ ਕੀ ਲੋੜ ਆ, ਮੈਨੂੰ ਘਰ ਤੋਂ ਬਾਹਰ ਜਾਣ ਦੀ ਕੀ ਲੋੜ ਆ, ਮੈਂ ਕਿਹੜਾ ਜੌਬ ਕਰਦੀ ਹਾਂ, ਹੈ ਨਾ। ਪਰ ਮੈਨੂੰ ਲੱਗਦਾ ਜੇ ਤੁਸੀਂ ਘਰ ਵੀ ਰਹਿ ਰਹੇ ਹੋ, ਨੌਕਰੀ ਤਾਂ ਇੱਕ ਡਿਸੀਜਨ ਆ ਸਿਰਫ, ਵੀ ਤੁਸੀਂ ਘਰ ਤੋਂ ਬਾਹਰ ਜਾ ਕੇ ਕੰਮ ਕਰਨਾ ਜਾਂ ਨਹੀਂ ਕਰਨਾ।
ਪਰ ਉਹਦੇ ਨਾਲ ਅਸੀਂ ਨਾ ਕਈ ਵਾਰੀ ਇਹ ਵੀ ਸੋਚ ਲੈਂਦੇ ਆ ਵੀ ਮੈਨੂੰ ਕੀ ਲੋੜ ਆ, ਮੈਂ ਤਾਂ ਘਰ ਹੀ ਰਹਿਣਾ ਵਾ। ਆਪਾਂ ਨਾ ਬਾਕੀ ਜ਼ਿੰਦਗੀ ਦੀਆਂ ਚੀਜ਼ਾਂ ਵੀ ਜਦੋਂ ਕੱਟ ਆਫ ਕਰ ਦਿੰਦੇ ਆ ਤਾਂ ਸਾਨੂੰ ਜ਼ਿਆਦਾ ਡਿਪਰੈਸ਼ਨ ਫੀਲ ਹੁੰਦਾ, ਜਾਂ ਸਾਨੂੰ ਦੂਜਿਆਂ ਦੀ ਕਹੀ ਹੋਈ ਗੱਲ ਜ਼ਿਆਦਾ ਮਹਿਸੂਸ ਹੁੰਦੀ ਆ। ਹੁਣ ਮੰਨ ਲਓ ਵੀ ਜੇ ਮੈਂ ਘਰੇ ਆ, ਪਰ ਘਰੇ ਰਹਿ ਕੇ ਵੀ ਜੇ ਮੈਂ ਇਹੀ ਉਡੀਕੀ ਜਾਊਂਗੀ ਵੀ ਮੇਰਾ ਘਰ ਵਾਲਾ ਆਊਗਾ ਤਾਂ ਅਸੀਂ ਕਿਸੇ ਪਾਸੇ ਤੁਰਾਂਗੇ, ਵੀ ਜੇ ਮੇਰਾ ਸੱਸ ਸਹੁਰਾ ਬਿਮਾਰ ਆ, ਮੇਰਾ ਘਰ ਵਾਲਾ ਆਊਗਾ ਤਾਂ ਹੀ ਇਹਨਾਂ ਨੂੰ ਦਵਾਈ ਲੈਣ ਲਈ ਅਸੀਂ ਕਿਸੇ ਪਾਸੇ ਤੁਰਾਂਗੇ, ਹੈ ਨਾ। ਫਿਰ ਤਾਂ ਤੁਸੀਂ ਮਤਲਬ ਦੂਜੇ ਬੰਦੇ ਦੇ ਲਈ ਵੀ ਥੋੜ੍ਹੀ ਜਿਹੀ ਹੈਡੇਕ ਬਣ ਜਾਂਦੇ ਹੋ, ਵੀ ਦੂਜੇ ਬੰਦੇ ਨੂੰ ਇਹ ਲੱਗਦਾ ਵਾ ਵੀ ਮੈਂ ਬਾਹਰ ਵੀ ਦੇਖ ਰਿਹਾ ਅਤੇ ਮੈਂ ਘਰ ਵੀ ਦੇਖ ਰਿਹਾ। ਹਾਂ, ਜੇ ਤੁਹਾਡੀ ਪਹਿਲ ਆ ਵੀ ਤੁਸੀਂ ਘਰ ਦੇਖਣਾ, ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਤੁਸੀਂ ਇਹ ਚੀਜ਼ਾਂ ਨਾ ਸੋਚੋ ਵੀ ਮੈਨੂੰ ਡਰਾਈਵਿੰਗ ਨਹੀਂ ਆਉਣੀ ਚਾਹੀਦੀ, ਮੈਂ ਸਕੂਟਰ ਮੋਟਰਸਾਈਕਲ ਤੁਹਾਡੇ ਘਰੇ ਜੋ ਵੀ ਸਾਧਨ ਖੜਾ ਹੈ ਨਾ, ਤਾਂ ਜੇ ਤੁਸੀਂ ਘਰ ਵੀ ਹੋ ਤਾਂ ਵੀ ਤੁਸੀਂ ਇੰਡੀਪੈਂਡੈਂਟ ਹੋਣੇ ਚਾਹੀਦੇ ਹੋ। ਜ਼ਰੂਰੀ ਨਹੀਂ ਵੀ ਸਿਰਫ ਪੈਸਾ ਕਮਾਉਣ ਦੇ ਨਾਲ ਹੀ, ਜੇ ਤੁਸੀਂ ਕਮਾ ਕੇ ਆਪਦੀ ਜੇਬ 'ਚ ਪੈਸਾ ਪਾ ਰਹੇ ਹੋ ਤੁਸੀਂ ਉਹਦੇ ਨਾਲ ਹੀ ਇੰਡੀਪੈਂਡੈਂਟ ਹੁੰਦੇ ਹੋ, ਹੈ ਨਾ। ਕਈ ਵਾਰ ਮੈਂ ਦੇਖਿਆ ਵੀ ਬਹੁਤ ਸਾਰੀਆਂ ਔਰਤਾਂ ਨੇਗੀਆਂ ਜਿਨ੍ਹਾਂ ਨੂੰ ਬੈਂਕ ਦੇ ਕੰਮ ਕਰਨੇ ਵੀ ਨਹੀਂ ਆਉਂਦੇ, ਉਹਦੇ ਲਈ ਵੀ ਅਸੀਂ ਈਵਨ ਜਿਹੜੀਆਂ ਆਪਾਂ ਜੌਬ ਵੀ ਕਰਦੀਆਂ ਹੈ ਨਾ, ਤਾਂ ਉਹਦੇ ਲਈ ਵੀ ਆਪਾਂ ਆਪਣੇ ਹਸਬੈਂਡ 'ਤੇ ਹੀ ਡਿਪੈਂਡ ਹੁੰਦੇ ਹਾਂ। ਬੈਂਕ ਦਾ ਕੋਈ ਕੰਮ ਆ, ਘਰ ਦਾ ਰਾਸ਼ਨ ਲੈ ਕੇ ਆਉਣਾ, ਬਿੱਲ ਭਰ ਕੇ ਆਉਣਾ, ਕਿਸੇ ਨਿਆਣੇ ਨੂੰ ਜਾਂ ਘਰ ਦੇ ਕਿਸੇ ਹੋਰ ਮੈਂਬਰ ਨੂੰ ਤੁਸੀਂ ਡਾਕਟਰ ਤੱਕ ਵੀ ਲੈ ਕੇ ਜਾਣਾ ਆ, ਤਾਂ ਵੀ ਆਪਾਂ ਦੂਜੇ ਬੰਦੇ 'ਤੇ ਹੀ ਡਿਪੈਂਡ ਹੁੰਦੇ ਹਾਂ ਨਾ। ਸੋ ਇੰਡੀਪੈਂਡੈਂਟ ਹੋਣ ਦਾ ਮਤਲਬ ਇਕੱਲਾ ਇਹ ਨਹੀਂ ਵੀ ਤੁਸੀਂ ਕਮਾ ਕੇ ਪੈਸੇ ਆਪਣੀ ਜੇਬ 'ਚ ਪਾ ਰਹੇ ਹੋ, ਹੈ ਨਾ। ਸੋ ਉਹ ਭੈਣਾਂ ਵੀ ਜਿਹੜੀਆਂ ਘਰ ਰਹਿ ਰਹੀਆਂ ਨੇ, ਕਿਉਂਕਿ ਘਰੇ ਮੰਨ ਲਓ ਵੀ ਤੁਹਾਡੇ ਘਰੇ ਕੋਈ ਐਮਰਜੈਂਸੀ ਆ ਗਈ ਤੇ ਤੁਹਾਨੂੰ ਘਰ ਤੋਂ ਬਾਹਰ ਜਾਣਾ ਪੈ ਰਿਹਾ, ਤੁਹਾਡੇ ਘਰੇ ਸਾਧਨ ਖੜਾ ਪਰ ਤੁਸੀਂ ਉਹਨੂੰ ਚਲਾ ਨਹੀਂ ਸਕਦੇ, ਹੈ ਨਾ। ਤੇ ਮੈਨੂੰ ਲੱਗਦਾ ਕਿ ਜੇ ਤੁਹਾਡੇ ਘਰ 'ਚ ਸਾਧਨ ਆ, ਚਾਹੇ ਤੁਸੀਂ ਜੌਬ ਕਰਦੇ ਹੋ ਨਹੀਂ ਕਰਦੇ, ਤੁਹਾਨੂੰ ਚਲਾਉਣਾ ਆਉਣਾ ਚਾਹੀਦਾ। ਤੁਸੀਂ ਆਪਦੇ ਘਰ ਦਾ ਸੌਦਾ ਪੱਤਾ ਆਪ ਲਿਆਉਂਦੇ ਹੋ, ਮਤਲਬ ਲਿਆ ਸਕੋ, ਘਰ ਤੋਂ ਬਾਹਰ ਜਾ ਕੇ ਤੁਸੀਂ ਆਪਦੇ ਨਿਆਣੇ ਦੇ ਸਕੂਲ ਫੀਸ ਭਰਨ ਜਾ ਸਕਦੇ ਹੋਵੋ, ਤੁਹਾਡੇ ਕਿਸੇ ਬਜ਼ੁਰਗ ਨੂੰ ਜਾਂ ਤੁਹਾਡੇ ਬੱਚੇ ਨੂੰ ਜਾਂ ਤੁਹਾਨੂੰ ਖੁਦ ਨੂੰ ਕਿਸੇ ਡਾਕਟਰੀ ਸਹੂਲਤ ਦੀ ਜ਼ਰੂਰਤ ਆ, ਤਾਂ ਤੁਸੀਂ ਘਰ ਤੋਂ ਬਿਨਾਂ ਕਿਸੇ ਹੈਲਪ ਤੋਂ ਆਪ ਜਾ ਕੇ ਕਰ ਸਕੋ ਉਹ ਕੰਮ, ਹੈ ਨਾ। ਜਾਂ ਕਿੰਨੇ ਤਰ੍ਹਾਂ ਦੇ ਬਿੱਲ ਹੁੰਦੇ ਨੇ ਆਪਣੇ ਘਰਾਂ ਦੇ, ਚਲੋ ਹੁਣ ਤਾਂ ਔਨਲਾਈਨ ਵੀ ਹੋ ਗਿਆ ਸਾਰਾ ਕੁਛ, ਹੈ ਨਾ, ਪਰ ਉਹ ਵੀ ਤੁਸੀਂ ਕਰ ਸਕੋ। ਮੈਨੂੰ ਲੱਗਦਾ ਹੁੰਦਾ ਕਿ ਘਰ ਰਹਿਣਾ ਸਿਰਫ ਇਹ ਨਹੀਂ ਵੀ ਤੁਸੀਂ ਘਰ ਦੀ ਸਾਫ਼ ਸਫਾਈ ਜਾਂ ਰੋਟੀ ਪਾਣੀ ਦਾ ਹੀ ਧਿਆਨ ਰੱਖ ਰਹੇ ਹੋ। ਜੇ ਤੁਹਾਡੀ ਇਹ ਚੋਇਸ ਆ ਵੀ ਤੁਸੀਂ ਘਰ ਰਹਿਣਾ, ਤੁਸੀਂ ਬਾਹਰ ਜਾ ਕੇ ਨੌਕਰੀ ਨਹੀਂ ਕਰਨੀ, ਤਾਂ ਇਹਦਾ ਮਤਲਬ ਵੀ ਫਿਰ ਤੁਸੀਂ ਪੂਰੇ ਤਰੀਕੇ ਦੇ ਨਾਲ ਘਰ ਨੂੰ ਸੰਭਾਲੋ। ਇਹ ਚੀਜ਼ਾਂ ਨਾ ਸੋਚੋ ਵੀ ਮੈਨੂੰ ਕੱਪੜੇ ਦੀ ਕੀ ਲੋੜ ਆ, ਮੈਂ ਕਿਹੜਾ ਘਰ ਤੋਂ ਬਾਹਰ ਜਾਂਦੀ ਹਾਂ, ਜਾਂ ਮੈਨੂੰ ਕਾਰ ਮੋਟਰਸਾਈਕਲ ਚਲਾਉਣ ਸਿੱਖਣ ਦੀ ਕੀ ਲੋੜ ਆ, ਮੈਂ ਕਿਹੜਾ ਕਿਸੇ ਪਾਸੇ ਜਾਣਾ ਹੁੰਦਾ, ਜਾਂ ਮੈਨੂੰ ਬੈਂਕ ਦੇ ਕੰਮ ਸਿੱਖਣ ਦੀ ਕੀ ਲੋੜ ਆ, ਜਾਂ ਮੈਨੂੰ ਬਿੱਲ ਭਰਨ ਸਿੱਖਣ ਦੀ ਕੀ ਲੋੜ ਆ, ਹੈ ਨਾ, ਆਪੇ ਚੱਲ ਕਰ ਲੈਣਗੇ, ਮੈਂ ਤਾਂ ਬਸ ਰੋਟੀ ਪਾਣੀ ਓ ਕਰਨੀ ਆ, ਜਾਂ ਮੇਰੀ ਜ਼ਿੰਮੇਵਾਰੀ ਸਿਰਫ ਰਸੋਈ ਤੱਕ ਹੀ ਆ ਨਾ। ਇੱਦਾਂ ਕਦੇ ਵੀ ਨਾ ਸੋਚੋ। ਜਦੋਂ ਤੁਸੀਂ ਆਪਦੇ ਕੰਮਾਂ ਲਈ ਘਰੋਂ ਆਪ ਬਾਹਰ ਨਿਕਲੋਗੇ ਨਾ, ਤੁਹਾਨੂੰ ਇਹ ਕਦੇ ਮਹਿਸੂਸ ਨਹੀਂ ਹੋਊਗਾ ਵੀ ਤੁਸੀਂ ਕਿਸੇ ਦੂਜੇ ਦੇ ਨਾਲੋਂ ਘੱਟ ਹੋ, ਜਾਂ ਤੁਹਾਨੂੰ ਇਹ ਕਦੇ ਮਹਿਸੂਸ ਨਹੀਂ ਹੋਊਗਾ ਵੀ ਫਲਾਣਾ ਤਾਂ ਜੌਬ ਕਰਦਾ ਆ, ਉਹਦੀ ਸਾਰੇ ਜ਼ਿਆਦਾ ਕਦਰ ਕਰਦੇ ਨੇ, ਮੈਂ ਤਾਂ ਕਰਦਾ ਨਹੀਂ ਹੈਗਾ, ਵੀ ਸ਼ਾਇਦ ਮੈਨੂੰ ਲੋਕੀ ਉਨਾ ਵੈਲਿਊ ਨਹੀਂ ਕਰ ਰਹੇ ਹੈਗੇ, ਹੈ ਨਾ। ਜਦੋਂ ਤੁਸੀਂ ਆਪਦੇ ਕੰਮ ਆਪ ਕਰ ਰਹੇ ਹੋ, ਇੰਡੀਪੈਂਡੈਂਟ ਹੋ, ਤੁਸੀਂ ਸਾਰਾ ਘਰ ਦਾ ਬੋਝ ਚੱਕਿਆ ਹੋਇਆ ਆਪਣੇ ਮੋਢਿਆਂ 'ਤੇ, ਤਾਂ ਤੁਸੀਂ ਮਤਲਬ ਬੜੇ ਕੌਨਫੀਡੈਂਟ ਹੋ ਕੇ ਲੋਕਾਂ 'ਚ ਬਹਿੰਦੇ ਹੋ, ਗੱਲ ਵੀ ਕਰਦੇ ਹੋ ਸਗੋਂ, ਤੇ ਉਹਨਾਂ ਲੋਕਾਂ ਨਾਲੋਂ ਵੀ ਜ਼ਿਆਦਾ ਕੌਨਫੀਡੈਂਟ ਹੋ ਕੇ ਤੁਸੀਂ ਗੱਲ ਕਰਦੇ ਹੋ ਜਿਹੜੇ ਸ਼ਾਇਦ ਕਿਸੇ MNC ਦੇ ਵਿੱਚ ਵੀ ਜੌਬ ਕਰਦੇ ਹੋਣ ਜਾਂ ਬਹੁਤ ਵੱਡੀ ਜੌਬ 'ਤੇ ਵੀ ਹੋਣ, ਕਿਉਂਕਿ ਤੁਹਾਨੂੰ ਪਤਾ ਨਾ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਆਪ ਰੋੜ ਰਹੇ ਹੋ, ਹੈ ਨਾ। ਜਿਹੜੀ ਕਾਬਲੀਅਤ ਆ ਤੁਹਾਡੇ ਅੰਦਰ ਉਹ ਕਦੀ ਨਹੀਂ ਮਰਨੀ ਚਾਹੀਦੀ। ਉਹ ਜ਼ਰੂਰੀ ਨਹੀਂ ਕਿ ਕਿਸੇ ਜੌਬ 'ਚ ਹੋਣ ਨਾਲ ਹੀ ਉਹ ਵਧੂਗੀ, ਨਹੀਂ। ਤੁਸੀਂ ਕਿੰਨੀਆਂ ਔਰਤਾਂ ਨੇ ਜਿਹੜੀਆਂ ਮਤਲਬ ਘਰੇ ਰਹਿੰਦੀਆਂ ਨੇ ਪਰ ਉਹਨਾਂ ਨੂੰ ਕੰਪਿਊਟਰ ਤੱਕ ਔਰ ਹਰੇਕ ਚੀਜ਼, ਮਤਲਬ ਹਰੇਕ ਵਹੀਕਲ ਉਹਨਾਂ ਨੂੰ ਡਰਾਈਵ ਕਰਨਾ ਆਉਂਦਾ, ਆਪਣੇ ਬੱਚਿਆਂ ਦੇ ਸਕੂਲਾਂ ਕਾਲਜਾਂ ਤੱਕ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ, ਕਿਉਂਕਿ ਐਜੂਕੇਸ਼ਨ ਜੇ ਤੁਹਾਡੇ ਕੋਲ ਆ ਤਾਂ ਉਹ ਜ਼ਰੂਰੀ ਨਹੀਂ ਵੀ ਉਹ ਜੌਬ ਨਾਲ ਹੀ, ਮਤਲਬ ਤੁਸੀਂ ਉਹਦਾ ਮੋਟਿਵ ਸਮਝੋ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੈਂ ਬਾਹਰ ਜਾ ਕੇ ਨੌਕਰੀ ਹੀ ਕਰੂੰਗੀ, ਹੈ ਨਾ। ਕਿ ਹੁਣ ਆਪਣੇ ਦਿਮਾਗ 'ਚ ਪਤਾ ਕਿਉਂ ਇਹ ਚੀਜ਼ਾਂ ਪਈਆਂ ਹੋਈਆਂ ਨੇ ਵੀ ਮੈਂ ਘਰੇ ਨਹੀਂ ਰਹਿਣਾ, ਕਿਉਂਕਿ ਆਪਾਂ ਨੂੰ ਇਹ ਲੱਗਦਾ ਵਾ ਵੀ ਘਰੇ ਰਹਿ ਕੇ ਤਾਂ ਜ਼ਿੰਦਗੀ ਖਤਮ ਹੋ ਜਾਂਦੀ ਹੈ, ਕਿਉਂਕਿ ਆਪਾਂ ਦੇਖੀ ਹੋਈ ਆ ਨਾ। ਮੈਂ ਬਹੁਤ ਛੋਟੀ ਸੀਗੀ, ਅਸੀਂ ਪਾਪਾ ਦੇ ਕਿਸੇ ਦੋਸਤ ਦੇ ਘਰ ਗਏ, ਤਾਂ ਮੈਂ ਉਹ ਚਾਚੀ ਜੀ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ। ਉਹ ਘਰੇ ਮੱਝਾਂ ਵੀ ਸਾਂਭਦੇ ਸੀ, ਉਹਨਾਂ ਦੀ ਇੰਨੀ ਖੇਤੀ ਸੀਗੀ। ਮੈਂ ਹੈਰਾਨ ਸੀ ਵੀ ਕੋਈ ਜਨਾਨੀ ਇੰਨੀ ਅਪ ਟੂ ਡੇਟ ਕਿਵੇਂ ਹੋ ਸਕਦੀ ਆ, ਹੈ ਨਾ। ਫਿਰ ਉਦਣ ਮੇਰੇ ਦਿਮਾਗ 'ਚੋਂ ਇਹ ਚੀਜ਼ ਨਿਕਲੀ ਸੀ ਵੀ ਨਹੀਂ, ਘਰ ਰਹਿ ਕੇ ਤੁਹਾਡੀ ਜ਼ਿੰਦਗੀ ਖਤਮ ਨਹੀਂ ਹੁੰਦੀ, ਹੈ ਨਾ। ਕਿਉਂਕਿ ਤੁਸੀਂ ਮਤਲਬ ਮੈਂ ਹੁਣ ਜਿਵੇਂ ਦੇਖਿਆ, ਜਿੰਨੀ ਦੇਰ ਤੱਕ ਮੇਰੇ ਮੰਮੀ ਜੌਬ ਨਹੀਂ ਕਰਦੇ ਸੀ ਉਹਨਾਂ ਦੀ ਵੀ ਇਹੀ ਲਾਈਫ ਸੀ। ਹੁਣ ਵੀ ਜਿਵੇਂ ਆਪਦੀਆਂ ਚਾਚੀਆਂ ਤਾਈਆਂ ਨੂੰ ਕਈ ਵਾਰੀ ਦੇਖਦੀਆਂ, ਹੈ ਨਾ, ਤਾਂ ਉਹ ਮਤਲਬ ਅੱਜ ਵੀ ਇਹੀ ਕਹਿੰਦੇ ਨੇ ਵੀ ਸਾਡੀ ਜ਼ਿੰਦਗੀ ਤਾਂ ਆਈ ਲੰਘ ਗਈ, ਹੈ ਨਾ। ਮੈਨੂੰ ਇਹ ਲੱਗਣ ਲੱਗ ਗਿਆ ਸੀ ਵੀ ਘਰ ਰਹਿਣ ਵਾਲੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ, ਅਤੇ ਘਰ ਰਹਿਣ ਵਾਲੇ ਬੰਦੇ ਨੂੰ ਕੋਈ ਵੀ ਇਹ ਨਹੀਂ ਕਹਿੰਦਾ ਵੀ ਹਾਂ ਇਹ ਕੁਛ ਹੈਗਾ,
ਪਰ ਜਿੱਦਣ ਮੈਂ ਉਹ ਚਾਚੀ ਜੀ ਨੂੰ ਦੇਖਿਆ ਹਨਾ ਵੀ ਨਹੀਂ ਮਤਲਬ ਘਰੇ ਰਹਿ ਕੇ ਵੀ ਤੁਸੀਂ ਅਪ ਟੂ ਡੇਟ ਰਹਿ ਸਕਦੇ ਹੋ, ਘਰੇ ਰਹਿ ਕੇ ਵੀ ਤੁਸੀਂ ਆਪਣੀ ਆਈਡੈਂਟੀਟੀ ਬਣਾ ਸਕਦੇ ਹੋ, ਉਦੋਂ ਮੇਰੇ ਦਿਮਾਗ 'ਚੋਂ ਇਹ ਚੀਜ਼ ਨਿਕਲੀ ਹੈ ਨਾ। ਇਹ ਕਦੀ ਨਹੀਂ ਸੋਚਣਾ ਚਾਹੀਦਾ ਗੁਰਦੀਪ ਵੀ ਮੈਂ ਬਾਹਰ ਜਾਊਂਗੀ ਫੇਰ ਹੀ ਮੈਂ ਸੋਹਣੇ ਕੱਪੜੇ ਪਾਉਂਗੀ, ਫੇਰ ਹੀ ਮੈਂ ਮਤਲਬ ਸੋਹਣਾ ਤਿਆਰ ਹੋਊਂਗੀ, ਹੈ ਨਾ। ਤੁਸੀਂ ਘਰੇ ਵੀ ਰਹਿੰਦੇ ਹੋ, ਤੁਸੀਂ ਆਪਣੀ ਲਾਈਫ ਨੂੰ ਮੇਨਟੇਨ ਕਰ ਸਕਦੇ ਹੋ ਜਿਵੇਂ ਮਰਜ਼ੀ। ਤੇ ਦੂਜੀ ਚੀਜ਼ ਹੈ ਨਾ ਕਿ ਘਰੇ ਰਹਿਣਾ, ਮੈਂ ਆਪਣੇ ਤਜਰਬੇ ਤੋਂ ਦੱਸਦੀ ਹਾਂ ਕਿ ਤੁਹਾਨੂੰ ਨਾ ਆਪਣੀ ਲਾਈਫ ਬਹੁਤ ਕ੍ਰੈਡਿਟਲੈਸ ਲੱਗਦੀ ਆ, ਵੀ ਮੈਨੂੰ ਕਿਸੇ ਚੀਜ਼ ਦਾ ਜੋ ਮੈਂ ਕਰ ਰਹੀ ਹਾਂ ਮੈਨੂੰ ਉਹਦਾ ਕ੍ਰੈਡਿਟ ਨਹੀਂ ਮਿਲ ਰਿਹਾ। ਇਸੇ ਚੀਜ਼ ਲਈ ਨਾ ਹੁਣ ਮੈਂ ਕਿਸੇ ਨਾਲ ਗੱਲ ਕਰਦੀ ਹੁੰਦੀ ਹਾਂ ਕਿ ਉਹ ਵੀ ਮੇਰੀ ਫਰੈਂਡ ਆ ਜਿਹੜੀ ਹਾਊਸ ਵਾਈਫ ਆ, ਮੈਂ ਉਹਨੂੰ ਕਹਿੰਦੀ ਹੁੰਦੀ ਹਾਂ ਵੀ 10 ਸਾਲ ਬਾਅਦ ਤੈਨੂੰ ਇਹ ਚੀਜ਼ ਲੱਗੇ ਤਾਂ ਤੂੰ ਇੱਕ ਬਹੁਤ ਮਤਲਬ ਛੋਟਾ ਜਿਹਾ ਫਾਰਮੂਲਾ ਕਿ ਤੂੰ ਸਿਰਫ ਘਰਦਿਆਂ ਨੂੰ ਇਹ ਕਹਿ ਕਿ ਜੇ ਮੈਂ 10,000 ਦਾ ਵੀ ਕੰਮ ਮਹੀਨੇ 'ਚ ਕਰਦੀ ਹਾਂ ਤਾਂ ਉਨੇ ਪੈਸੇ ਤੁਸੀਂ ਮੇਰੇ ਅਕਾਊਂਟ 'ਚ ਪਾਇਆ ਕਰੋ, ਹੈ ਨਾ। ਕਿ ਜਦੋਂ ਤੂੰ ਆਪਣੇ 4 ਸਾਲ ਬਾਅਦ ਆਪਣੀ ਸੇਵਿੰਗ ਦੇਖੇਂਗੀ ਤੈਨੂੰ ਲੱਗੂ ਜ਼ਿੰਦਗੀ 'ਚ ਤੂੰ ਵੀ ਕੁਛ ਕੀਤਾ ਹੈ, ਮਤਲਬ ਚਾਹੇ ਤੂੰ ਘਰੇ ਹੀ ਕੰਮ ਕਰ ਰਹੀ ਹਾਂ ਉਸ ਚੀਜ਼ ਦਾ, ਹੈ ਨਾ। ਮਤਲਬ ਬਹੁਤ ਸਾਰੇ ਲੋਕ ਹੋ ਸਕਦਾ ਉਹਨਾਂ ਨੂੰ ਲੱਗੇ ਵੀ ਅਜੀਬ ਚੀਜ਼ ਆ, ਅਤੇ ਉਹ ਕਈ ਮਹੀਨਿਆਂ ਤੋਂ ਐਵੇਂ ਕਰ ਰਹੀ ਆ। ਉਹ ਕਹਿੰਦੀ ਮੈਨੂੰ ਬਹੁਤ ਵਧੀਆ ਲੱਗ ਰਿਹਾ, ਉਹ ਫਿਕਸ ਖਰਚਾ ਲੈ ਰਹੀ ਆ ਘਰੋਂ ਵੀ ਮੈਂ ਚਾਹੇ ਇਹ 'ਚ ਘੱਟ ਖਰਚਾ ਚਾਹੇ ਵੱਧ ਖਰਚਾ, ਹੈ ਨਾ। ਤੇ ਕਹਿੰਦੀ ਮੇਰੇ ਅਕਾਊਂਟ 'ਚ ਪੈਸੇ ਨੇ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਇਸ ਚੀਜ਼ ਦਾ। ਮਾੜੀ ਗੱਲ ਨਹੀਂ ਆ, ਜਦੋਂ ਤੁਸੀਂ ਘਰ ਦੇ ਹੋਰ ਇੰਨੇ ਖਰਚੇ ਘੱਟ ਕਰ ਰਹੇ ਹੋ ਆਪ ਕੰਮ ਕਰਕੇ, ਤਾਂ ਉੱਥੇ ਜੇ ਤੁਸੀਂ ਹੁਣ ਆਪਾਂ ਵੀ ਤਾਂ ਜਦੋਂ ਕੁਆਰੇ ਸੀਗੇ ਆਪਾਂ ਵੀ ਤਾਂ ਘਰੋਂ ਜੇਬ ਖਰਚਾ ਲੈਂਦੇ ਹੀ ਸੀ, ਜੇਬ ਖਰਚਾ ਬਿਲਕੁਲ ਲੈਂਦੇ ਸੀ। ਸੋ ਉਸੇ ਤਰੀਕੇ ਨਾਲ ਸਮਝ ਲਓ ਵੀ ਜਿਹੜਾ ਬੰਦਾ ਵਿਆਹਿਆ ਗਿਆ, ਜੇ ਉਹ ਘਰੇ ਰਹਿ ਰਿਹਾ ਤੁਹਾਡਾ ਘਰ ਸੰਭਾਲ ਰਿਹਾ, ਉਹਨੂੰ ਵੀ ਜੇਬ ਖਰਚੇ ਦੀ ਚਾਹੀਦਾ ਹੈ। ਤੇ ਜਦੋਂ ਨਾ ਉਨੇ ਕੁ ਪੈਸੇ ਵੀ ਤੁਹਾਡੇ ਕੋਲ ਹੁਣ ਤੁਹਾਨੂੰ ਸੱਚੀ ਉਹ ਵੀ ਕੌਨਫੀਡੈਂਸ ਦਿੰਦੇ ਆ, ਤੇ ਦੂਜੇ ਬੰਦੇ ਨੂੰ ਵੀ ਪਤਾ ਲੱਗਦਾ ਜਦੋਂ ਬੰਦਾ ਤੁਹਾਡੇ ਅਕਾਊਂਟ 'ਚ ਪੈਸੇ ਪਾਉਂਦਾ ਨਾ, ਉਹਨੂੰ ਪਤਾ ਲੱਗਦਾ ਕਿ ਸੱਚੀ ਮਤਲਬ ਇਹਨੇ ਇਹ ਮਦਦ ਕੀਤੀ ਆ ਘਰ 'ਚ, ਇਸ ਲਈ ਮੈਂ ਇਹਨੂੰ ਇਹ ਚੀਜ਼ ਦੇ ਰਿਹਾ, ਹੈ ਨਾ। ਤੇ ਇਵੇਂ ਇੱਕ ਨਾ ਕੇਸ ਵਾਇਰਲ ਹੋਇਆ ਸੀ ਬਹੁਤ ਜ਼ਿਆਦਾ, ਹੈ ਨਾ, ਤੇ ਉਹ ਡਾਈਵੋਰਸ ਦਾ ਕੇਸ ਸੀ ਤੇ ਵਾਈਫ ਨੇ 13 ਸਾਲ ਬਾਅਦ ਆਪਣੇ ਹਸਬੈਂਡ ਤੇ ਕੇਸ ਕੀਤਾ ਕਿ ਮੈਨੂੰ ਤਲਾਕ ਚਾਹੀਦਾ। ਤੇ ਉਹ ਹਾਊਸ ਵਾਈਫ ਸੀਗੀ, ਬੰਦੇ ਨੇ ਕਿਹਾ ਕਿ ਮੈਂ ਸਿਰਫ ਇੰਨੇ ਕੁ ਪੈਸੇ ਦਊਂਗਾ ਕਿਉਂਕਿ ਮੈਂ ਹੀ ਕਮਾ ਰਿਹਾ ਸੀਗਾ, ਤੇ ਇਸ ਤੋਂ ਵੱਧ ਇਹਨੇ ਮਤਲਬ ਘਰ 'ਚ ਕੋਈ ਕੰਟਰੀਬਿਊਸ਼ਨ ਨਹੀਂ ਇਹਦਾ, ਕਿ ਇਹ ਮੇਰਾ ਬੱਚਾ ਸੰਭਾਲ ਰਹੀ ਸੀਗੀ। ਤਾਂ ਉਹਨੇ ਜਦੋਂ ਕੁੜੀ ਤੋਂ ਜੱਜ ਨੇ ਆਨਸਰ ਮੰਗਿਆ ਤਾਂ ਉਹ ਕਹਿੰਦੀ ਵੀ ਇੱਕ ਮੇਡ ਜਦੋਂ ਤੁਸੀਂ ਰੱਖਦੇ ਹੋ ਬੱਚਾ ਸੰਭਾਲਣ ਲਈ, ਮੇਰੇ ਆਂਢ ਗੁਆਂਢ ਹੈਗੀਆਂ ਨੇ ਫੁੱਲ ਡੇ ਲਈ, ਤਾਂ ਉਹ 8-10 ਹਜ਼ਾਰ ਰੁਪਏ ਮਹੀਨੇ ਦਾ ਲੈਂਦੀ ਆ। ਤੇ ਉਹ ਕਹਿੰਦੀ ਮੈਨੂੰ ਇਹਦੇ ਤੋਂ ਡਾਈਵੋਰਸ ਦਾ ਕੋਈ ਕਲੇਮ ਨਹੀਂ ਚਾਹੀਦਾ, ਮਤਲਬ ਆਪਦੀ ਜ਼ਿੰਦਗੀ ਲਈ ਮੈਨੂੰ ਸਿਰਫ 13 ਸਾਲ 10,000 ਮਹੀਨਾ ਹੈ ਜਿਹੜਾ ਉਹ ਪੇ ਕਰ ਦੇਵੇ, ਹੈ ਨਾ। ਤੇ ਜਦੋਂ ਉਹ ਅਮਾਊਂਟ ਕਾਊਂਟ ਹੋਇਆ, ਮਤਲਬ ਉਹ ਵੀ 15-16 ਲੱਖ ਰੁਪਏ ਸੀਗਾ। ਕਿ ਜਿਹੜਾ ਆਪਾਂ ਕਹਿੰਦੇ ਕਿ ਜਿਹੜਾ ਬੰਦਾ ਘਰੇ, ਮੈਨੂੰ ਕਈ ਵਾਰੀ ਨਾ ਪਹਿਲਾਂ ਚਲੋ ਹੁਣ ਤਾਂ ਮੈਨੂੰ ਨਹੀਂ ਕੋਈ ਇਹੋ ਜਿਹੀਆਂ ਚੀਜ਼ਾਂ, ਅਸੀਂ ਨਾ ਹਾਸੇ 'ਚ ਗੱਲਾਂ ਕਰਨੀਆਂ ਘਰੇ, ਤਾਂ ਸੰਤ ਸਾਹਿਬ ਨੇ ਕਹਿਣਾ ਤੇਰੀ ਮੌਜ ਆ, ਤੂੰ ਸਾਰਾ ਦਿਨ ਪੱਖਾ ਛੱਡ ਕੇ ਪਈ ਰਹਿੰਦੀ ਹੈ ਨਾ। ਤੇ ਹੁਣ ਜਦੋਂ ਮੈਂ ਕਈ ਵਾਰੀ ਆਉਂਦੀ ਹੁੰਦੀ ਹਾਂ, ਮੈਨੂੰ ਜਾਂਦੇ ਨੂੰ ਦੱਸਣਗੇ ਵੀ ਮੈਂ ਫਿਰ ਬੱਚੇ ਆਏ ਐਵੇਂ ਕੀਤਾ, ਮੈਂ ਕਹਿੰਦੀ ਵੀ ਮੌਜ ਆ, ਪੱਕਾ ਛੱਡ ਕੇ ਰਹਿੰਦੇ ਆ ਨਾ। ਤਾਂ ਨਹੀਂ ਆਪਾਂ ਕਹਿੰਦੇ ਆ ਨਾ, ਆਪਾਂ ਇਹ ਕਹਿੰਦੇ ਨਾ ਵੀ ਫਲਾਣੀ ਤਾਂ ਮੌਜ ਕਰਦੀ ਆ ਘਰੇ ਯਾਰ, ਪੱਖਾ ਛੱਡ ਕੇ ਪਈ ਰਹਿੰਦੀ ਆ, ਜਦ ਕਿ ਸੱਚੀ ਬੰਦਾ ਪੱਖਾ ਛੱਡ ਕੇ ਪੈ ਸਕਦਾ, ਔਰਤ ਨਹੀਂ ਪੈ ਸਕਦੀ ਕਦੇ ਵੀ। ਔਰ ਔਰਤਾਂ ਜਿਹੜੀਆਂ ਵਿਚਾਰੀਆਂ ਮਤਲਬ ਉਹਨਾਂ ਨੂੰ ਇਹ ਵੀ ਆਪਾਂ ਹਾਸਿਆਂ 'ਚ ਹੀ ਚਾਹੇ ਕਹਿੰਦੇ ਆ ਵੀ ਤੂੰ ਘਰੇ ਕੁਛ ਕਮਾ ਕੇ ਨਹੀਂ ਲਿਆਈ, ਤੂੰ ਮਤਲਬ ਹੋਰਾਂ ਵਾਂਗੂ ਅਪਡੇਟ ਨਹੀਂ ਰਹਿੰਦੀ, ਉਹ ਦੇਖ ਲਾ ਕਿਵੇਂ ਟੌਰ ਕੱਢ ਕੇ ਜਾਂਦੀਆਂ ਨੇ, ਉਹ ਦੇਖ ਕਿੰਨੀਆਂ ਪੜ੍ਹੀਆਂ ਲਿਖੀਆਂ ਨੇ। ਪਹਿਲੀ ਬਿਮਾਰੀ ਤਾਂ ਲੋਕਾਂ 'ਚ ਇਹੀ ਹੈ ਕਿ ਉਹਨਾਂ ਨੂੰ ਘਰੇ ਰਹਿੰਦੀ ਜਨਾਨੀ ਚਾਹੇ PhD ਹੋਵੇ ਉਹਨਾਂ ਨੂੰ ਪੜ੍ਹੀ ਲਿਖੀ ਨਹੀਂ ਲੱਗਦੀ। ਅਗਲਾ ਕਹਿੰਦਾ ਜੇ ਘਰੇ ਬੈਠੀ ਹੈ ਜਾਂ ਤਾਂ ਇਹਨੂੰ ਮਿਲੀ ਨਹੀਂ ਹੋਣੀ। ਹਾਂ, ਫਿਰ PhD ਦਾ ਕੀ ਫਾਇਦਾ ਬਈ, ਬੰਦੇ ਨੂੰ ਨੌਕਰੀ ਕਰਨ ਲਈ ਥੋੜੀ, ਸਿਰਫ ਨੌਕਰੀ ਕਰਨ ਲਈ ਥੋੜੀ ਨਾ ਪੜ੍ਹਾਈ ਕੀਤੀ ਹੋਊਗੀ। ਦੇਖੋ ਕਿੰਨੀਆਂ ਔਰਤਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾ ਲੈਂਦੀਆਂ ਨੇ, ਜੋ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ ਨਾ, ਉਹ ਘਰ ਦੇ ਫੈਸਲੇ ਕਿੰਨੇ ਸ਼ਾਨਦਾਰ ਕਰਦੀਆਂ ਨੇ, ਤੁਹਾਡੇ ਹਰੇਕ ਦੁੱਖ ਸੁੱਖ 'ਚੋਂ ਕਿੰਨੇ ਮਤਲਬ ਦਲੇਰੀ ਨਾਲ ਖੜਦੀਆਂ ਨੇ ਜਦੋਂ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ। ਤਾਂ ਇਸ ਲਈ ਐਵੇਂ ਨਹੀਂ ਸਮਝਣਾ ਚਾਹੀਦਾ ਕਿ ਕੰਮਕਾਜੀ ਔਰਤਾਂ ਹੀ ਬਿਹਤਰ ਹੁੰਦੀਆਂ ਨੇ, ਉਹਨਾਂ ਨੂੰ ਹੀ ਦੁਨੀਆਦਾਰੀ ਦੀ ਅਕਲ ਆ ਜਾਂ ਉਹੀ ਸਭ ਕੁਝ ਕਰ ਸਕਦੀਆਂ ਨੇ। ਨਹੀਂ, ਬਹੁਤ ਜਨਾਨੀਆਂ ਨੇ। ਇੱਕ ਫੇਸਬੁੱਕ 'ਤੇ ਭੈਣ ਨੇ, ਉਹ ਘਰੇਲੂ ਨੇ, ਬਿਲਕੁਲ ਕੋਈ ਫੈਸ਼ਨ ਨਹੀਂ ਉਹਨਾਂ ਦੇ ਮੈਂ ਕਦੀ ਅੱਜ ਤੱਕ ਕੀਤਾ ਦੇਖਿਆ। ਤੁਸੀਂ ਮੰਨੋਗੇ ਕਿ ਆਪਣਾ ਟਰੈਕਟਰ ਖੁਦ ਚਲਾਉਂਦੇ ਨੇ, ਕਾਰ ਖੁਦ ਚਲਾਉਂਦੇ ਨੇ। ਕਹਿੰਦੇ ਕਿੰਨੇ ਲੋਕ ਉਹਨਾਂ ਬਾਰੇ ਲਿਖਦੇ ਹੁੰਦੇ ਵੀ 20-25 ਕਿੱਲਿਆਂ ਦੀ ਖੇਤੀ ਆਪ ਕਰਦੇ ਨੇ। ਤੇ ਜੇ ਉਹ ਕਰ ਸਕਦੀ ਹੈ ਤਾਂ ਦੁਨੀਆ 'ਚ ਕੋਈ ਵੀ ਕਰ ਸਕਦਾ, ਹੈ ਨਾ। ਤੇ ਇਸ ਲਈ ਇਹ ਵੀ ਨਾ ਸੋਚੋ ਕਿ ਪੜ੍ਹ ਲਿਖ ਕੇ ਜ਼ਰੂਰੀ ਸੀ ਮੈਨੂੰ ਜੋਬ ਮਿਲਣੀ। ਪਰ ਮੈਂ ਸੱਚੀ ਮੰਨਦੀ ਹਾਂ ਕਿ ਇੱਕ ਗਿਲਟ ਤੁਹਾਡੇ ਅੰਦਰ ਰਹਿ ਜਾਂਦੀ ਆ, ਉਹ ਨਾ ਰਵੇ ਤਾਂ ਤੁਸੀਂ ਚਾਹੇ ਤੁਹਾਨੂੰ ਜ਼ਰੂਰਤ ਹੈ ਚਾਹੇ ਨਾ, ਪਰ ਆਪਣਾ ਕੋਈ ਹੁਨਰ ਕਿਤੇ ਜ਼ਰੂਰ ਤੁਸੀਂ ਵਰਤੋ। ਨਹੀਂ, ਉਹ ਆਪਾਂ ਉੱਥੇ ਕਹਿ ਸਕਦੇ ਹਾਂ ਵੀ ਜਿੱਥੇ ਮੇਰਾ ਫੈਸਲਾ ਘਰੇ ਨਹੀਂ ਸੀਗਾ ਰਹਿਣਾ, ਪਰ ਮੈਨੂੰ ਰਹਿਣਾ ਪਿਆ, ਹੈ ਨਾ। ਤੇ ਗੁਰਦੀਪ ਮੈਂ ਕਹਿ ਰਹੀ ਹਾਂ ਤੁਹਾਨੂੰ ਫਿਰ ਇਹ ਚੀਜ਼,
ਫੈਸਲਾ ਤੁਸੀਂ ਕਰ ਵੀ ਲਓ ਨਾ, ਜਿਵੇਂ ਮੈਂ ਆਪਣਾ ਫੈਸਲਾ ਆਪ ਕੀਤਾ ਸੀ, ਮੈਨੂੰ ਕਿਸੇ ਨੇ ਨਹੀਂ ਸੀ ਕਿਹਾ ਵੀ ਤੂੰ ਜੌਬ ਨਹੀਂ ਕਰਨੀ ਜਾਂ ਤੂੰ ਜਾ ਕੇ ਕਰ। ਇਹ ਵੀ ਹੈ ਭਾਈ, ਹੋ ਜਾਂਦਾ ਜਦੋਂ ਅਨੰਤ ਤੋਂ ਬਾਅਦ ਮੈਨੂੰ ਲੱਗਦਾ 2.5 ਜਾਂ ਹਾਰਡਲੀ ਪੌਣੇ 3 ਮਹੀਨੇ ਘਰੇ ਰਹੀ, ਮੈਨੂੰ ਉਦੋਂ ਹੀ ਲੱਗਣ ਲੱਗ ਗਿਆ ਸੀ ਵੀ ਦੁਨੀਆ ਕਿਤੇ ਕੀ ਕਰਦੀ, ਦੁਨੀਆ ਕਿਤੇ ਗਾਂਹ ਲੰਘ ਗਈ, ਮੈਂ ਪਿੱਛੇ ਹੀ ਰਹਿ ਗਈ ਕਿਤੇ। ਸਹੀ ਗੱਲ ਹੈ। ਤੇ ਫਿਰ ਜਿਹੜੇ ਵਿਚਾਰੇ ਘਰ ਦੇ ਤੁਹਾਨੂੰ ਕੁਝ ਕਹਿ ਵੀ ਨਹੀਂ ਰਹੇ ਹੁੰਦੇ ਨਾ, ਮੈਨੂੰ ਕਿਸੇ ਨੇ ਨਹੀਂ ਸੀ ਕਿਹਾ ਵੀ ਤੂੰ ਨਿਆਣੇ ਸੰਭਾਲਣੇ ਨੇ, ਤੂੰ ਬਾਹਰ ਜਾ ਕੇ ਨੌਕਰੀ ਨਹੀਂ ਕਰ ਸਕਦੀ। ਮੈਂ ਚੂਜ਼ ਕੀਤਾ ਸੀਗਾ ਵੀ ਜੇ ਅਸੀਂ ਆਰਥਿਕ ਤੌਰ ਤੇ ਠੀਕ ਆ ਤਾਂ ਮੈਨੂੰ ਜ਼ਰੂਰਤ ਨਹੀਂ ਘਰੋਂ ਬਾਹਰ ਜਾਣ ਦੀ ਨਾ। ਮੈਂ ਫਿਰ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਜਦੋਂ ਨਿਆਣੇ 5-7 ਸਾਲ ਦੇ ਹੋਏ, ਮੈਨੂੰ ਲੱਗਿਆ ਯਾਰ ਮੈਂ ਤਾਂ ਫਾਲਤੂ ਹੋ ਗਈ ਘਰ 'ਚ ਨਾ। ਜਦੋਂ ਬਾਹਰ ਜਾ ਕੇ ਕਿਸੇ ਨੂੰ ਮਿਲਣਾ, ਉਹਨੇ ਕਹਿਣਾ ਵੀ ਮੈਂ ਵੀ ਪੋਸਟ ਗ੍ਰੈਜੂਏਟ ਆ, ਮੈਂ ਫਲਾਣੇ ਸਕੂਲ ਪੜ੍ਹਾ ਰਿਹਾ, ਮੈਂ ਆਹ ਜੌਬ ਕਰ ਰਿਹਾ, ਤਾਂ ਲੱਗਣਾ ਯਾਰ ਮੈਂ ਉਸ ਤੋਂ ਵੀ ਜ਼ਿਆਦਾ ਫਾਲਤੂ ਹਾਂ। ਫਿਰ ਤੁਸੀਂ ਆਪਣੇ ਆਪ ਘਰਦਿਆਂ ਨੂੰ ਟੌਰਚਰ ਕਰਨ ਲੱਗ ਜਾਂਦੇ ਹੋ ਵੀ ਲੈ ਫਲਾਣਾ ਤਾਂ ਨੌਕਰੀ ਕਰਦਾ, ਐਂ ਲੱਗਣ ਲੱਗ ਜਾਊ ਵੀ ਜਿਵੇਂ ਇਹਨੇ ਹੀ ਨਹੀਂ ਮੈਨੂੰ ਨੌਕਰੀ ਦਿੱਤੀ ਹੁੰਦੀ ਹੈ ਨਾ। ਅਤੇ ਇਸ ਲਈ ਮੈਨੂੰ ਲੱਗਦਾ ਕਰ ਲੈਣੀ ਚਾਹੀਦੀ ਆ। ਜ਼ਰੂਰੀ ਨਹੀਂ ਵੀ ਤੁਹਾਡੀਆਂ ਆਰਥਿਕ ਮਜਬੂਰੀਆਂ ਹੋਣ, ਤੁਹਾਨੂੰ ਬਹੁਤ ਕੁਛ ਦਿੰਦੀ ਆ ਜੌਬ ਵੀ। ਬਿਲਕੁਲ। ਸੋ ਇਹ ਐਪੀਸੋਡ ਉਹਨਾਂ ਭੈਣਾਂ ਦੇ ਲਈ ਸੀ ਜਿਹੜੀਆਂ ਕਿ ਨੌਕਰੀ ਨਹੀਂ ਕਰਦੀਆਂ ਪਰ ਉਹ ਘਰ ਰਹਿੰਦੀਆਂ ਨੇ, ਘਰ ਨੂੰ ਸੰਭਾਲਦੀਆਂ ਨੇ, ਘਰ ਦਾ ਕੰਮ ਕਰਦੀਆਂ ਨੇ, ਘਰੇ ਰਹਿ ਕੇ ਨੌਕਰੀ ਕਰਦੀਆਂ ਨੇਗੀਆਂ। ਸੋ ਕਈ ਵਾਰੀ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਕਈ ਵਾਰੀ ਤਾਂ ਉਹ ਆਪ ਹੀ ਸੋਚਣ ਲੱਗ ਜਾਂਦੀਆਂ ਨੇਗੀਆਂ ਵੀ ਮੈਂ ਕੁਛ ਨਹੀਂ ਕਰ ਰਹੀ, ਮੈਂ ਜ਼ਿੰਦਗੀ 'ਚ ਜ਼ੀਰੋ ਹੋ ਗਈ। ਸੋ ਉਹਨਾਂ ਨੂੰ ਪਹਿਲਾਂ ਆਪਣੀ ਕੀਮਤ ਆਪ ਪਛਾਣਨ ਦੀ ਲੋੜ ਆ। ਤੁਸੀਂ ਘਰ ਰਹਿ ਕੇ ਵੀ ਬਹੁਤ ਕੁਛ ਕਰ ਰਹੇ ਹੋ। ਕਿੰਨੇ ਇਹੋ ਜਿਹੇ ਖਰਚੇ ਨੇ ਜਿਹੜੇ ਘਰਦਿਆਂ ਦੇ, ਹੋ ਸਕਦਾ ਵੀ ਜੇ ਤੁਸੀਂ ਤੁਹਾਡਾ ਘਰ ਵਾਲਾ 50,000 ਕਮਾ ਰਿਹਾ ਅਤੇ ਤੁਹਾਡੇ ਘਰ ਰਹਿਣ ਦੇ ਨਾਲ ਉਹਦੀ 40,000 ਸੇਵਿੰਗ ਹੋ ਰਹੀ ਆ, ਅਤੇ ਜੇ ਤੁਸੀਂ ਘਰ ਨਾ ਰਹੋ ਤਾਂ ਉਹਦੀ ਤਨਖਾਹ ਦੀ ਸਿਰਫ 10,000 ਸੇਵਿੰਗ ਰਹਿ ਜਾਵੇ। ਸੋ ਇਹਨਾਂ ਚੀਜ਼ਾਂ ਨੂੰ ਵੀ ਜ਼ਰੂਰ ਤੁਸੀਂ ਧਿਆਨ 'ਚ ਰੱਖਿਆ ਕਰੋ ਕਿ ਤੁਸੀਂ ਘਰ ਰਹਿ ਕੇ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ। ਅਤੇ ਜੇ ਤੁਹਾਨੂੰ ਇਹ ਲੱਗਦਾ ਵੀ ਸਿਰਫ ਨੌਕਰੀ ਕਰਨ ਵਾਲੀਆਂ ਔਰਤਾਂ ਹੀ ਕਾਰ ਚਲਾਉਣੀ ਸਿੱਖ ਸਕਦੀਆਂ ਨੇ ਜਾਂ ਆਪਣੇ ਸ਼ੌਂਕ ਪੂਰੇ ਕਰ ਸਕਦੀਆਂ ਨੇ ਜਾਂ ਉਹਨਾਂ ਨੂੰ ਹੀ ਤਿਆਰ ਹੋਣ ਦੀ ਇਜਾਜ਼ਤ ਹੈ, ਫਿਰ ਤੁਸੀਂ ਤੇ ਬਿਲਕੁਲ ਗਲਤ ਹੋ। ਚਾਹੇ ਤੁਸੀਂ ਘਰ ਵੀ ਰਹਿ ਰਹੇ ਹੋ ਤਾਂ ਤੁਸੀਂ ਜ਼ਿੰਦਗੀ ਦਾ ਕੋਈ ਵੀ ਕੰਮ ਸਿੱਖ ਸਕਦੇ ਹੋ, ਕੋਈ ਵੀ ਸਾਧਨ ਚਲਾਉਣਾ ਸਿੱਖ ਸਕਦੇ ਹੋ, ਤੁਸੀਂ ਆਪਣੇ ਕੰਮ ਸਾਰੇ ਆਪ ਕਰ ਸਕਦੇ ਹੋ, ਕੋਈ ਵੀ ਨਵੀਂ ਚੀਜ਼ ਤੁਸੀਂ ਸਿੱਖ ਸਕਦੇ ਹੋ। ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਨੌਕਰੀ ਨਹੀਂ ਕਰਦੇ ਤਾਂ ਤੁਸੀਂ ਕੋਈ ਛੋਟੀ ਮੋਟੀ ਕੋਈ ਆਪਦੀ ਕੋਈ ਕਲਾਸ ਤੱਕ ਵੀ ਨਹੀਂ ਜੁਆਇਨ ਕਰ ਸਕਦੇ। ਸੋ ਤੁਸੀਂ ਹੌਲੀ ਹੌਲੀ ਜਦੋਂ ਵੀ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਭਰਨ ਲੱਗਣ ਵੀ ਤੁਸੀਂ ਘਰ ਹੋ, ਤੁਸੀਂ ਕੁਛ ਨਹੀਂ ਕਰ ਰਹੇ, ਵੀ ਤੁਹਾਨੂੰ ਆਪਣਾ ਆਪ ਫਾਲਤੂ ਲੱਗਣ ਲੱਗ ਜਾਵੇ, ਤਾਂ ਤੁਸੀਂ ਆਪਣੇ ਆਪ ਨੂੰ ਡਿਸਟਰੈਕਟ ਕਰੋ ਉਹਨਾਂ ਚੀਜ਼ਾਂ ਵੱਲ, ਕੁਛ ਜ਼ਿੰਦਗੀ 'ਚ ਨਵਾਂ ਸਿੱਖਣ ਲੱਗ ਜਾਓ। ਇੱਕ ਆਂਟੀ ਨੇਗੇ, ਉਹ ਕਹਿੰਦੇ ਵੀ ਮੈਂ ਉਦੋਂ ਪਹਿਲੀ ਵਾਰੀ ਈਮੇਲ ਕਿਵੇਂ ਭੇਜੀਦੀ ਆ ਉਦੋਂ ਸਿੱਖੀ ਸੀ ਜਦੋਂ ਮੇਰੀ ਕੁੜੀ ਆਸਟ੍ਰੇਲੀਆ ਚਲੇ ਗਈ ਸੀ, ਅਤੇ ਉਦੋਂ ਫੋਨ ਦਾ ਜ਼ਿਆਦਾ ਜ਼ਮਾਨਾ ਹੈ ਨਹੀਂ ਸੀਗਾ। ਅਤੇ ਕਹਿੰਦੇ ਫਿਰ ਮੈਂ ਨਾਲ ਸਾਡੇ ਘਰ ਦੇ ਨਾਲ ਇੱਕ ਕੈਫੇ ਸੀਗਾ, ਉੱਥੇ ਜਾ ਕੇ ਮੈਂ ਕਹਿੰਦੇ ਕੰਪਿਊਟਰ ਚਲਾਉਣਾ ਸਿੱਖਿਆ, ਈਮੇਲ ਬਣਾਈ, ਫਿਰ ਮੇਰੀ ਕੁੜੀ ਮੈਨੂੰ ਈਮੇਲਾਂ ਕਰਦੀ ਹੁੰਦੀ ਸੀਗੀ, ਹੈ ਨਾ। ਸੋ ਤੁਸੀਂ ਕੁਛ ਉਦੋਂ ਕੁਛ ਨਾ ਕੁਛ ਜ਼ਰੂਰ ਨਵਾਂ ਐਡ ਕਰ ਲਿਆ ਕਰੋ। ਤੁਹਾਡੇ ਜੇ ਤੁਸੀਂ ਘਰ ਵੀ ਰਹਿੰਦੇ ਹੋ ਤਾਂ ਵੀ ਤੁਹਾਡੀ ਇੱਕ ਰੂਟੀਨ ਹੋਣੀ ਚਾਹੀਦੀ ਵੀ ਇੰਨੇ ਵਜੇ ਮੈਂ ਉੱਠਣਾ, ਸਾਰਾ ਕੰਮ ਮੁੱਕ ਜੇ, ਉਸ ਤੋਂ ਬਾਅਦ ਮੈਂ ਆਪਦਾ ਕੱਪੜਾ ਲੀੜਾ ਪਾ ਕੇ ਤਿਆਰ ਹੋ ਕੇ ਆਪਦੇ ਕਿਸੇ ਕੰਮ ਦੇ ਲਈ ਟਾਈਮ ਕੱਢਣਾ, ਭਾਵੇਂ ਕੋਈ ਪੜ੍ਹਨ ਦੀ ਤੁਹਾਡੀ ਰੁਚੀ ਹੋਵੇ, ਕੁਛ ਦੇਖਣ ਦੀ ਰੁਚੀ ਹੋਵੇ, ਹੈ ਨਾ, ਜਾਂ ਕੋਈ ਵੀ ਨਵਾਂ ਕੰਮ ਸਿੱਖਣ ਦੀ ਕੋਈ ਰੁਚੀ ਹੋਵੇ, ਤੁਸੀਂ ਉਹਦੇ ਲਈ ਜ਼ਰੂਰ ਸਮਾਂ ਕੱਢੋ। ਇਹ ਨਾ ਸੋਚੋ ਵੀ ਜੇ ਤੁਸੀਂ ਘਰ ਹੋ ਤਾਂ ਤੁਹਾਡੀ ਜ਼ਿੰਦਗੀ ਬਿਲਕੁਲ ਹੀ ਖਤਮ ਹੋ ਗਈ। ਅਤੇ ਉਹਨਾਂ ਲੋਕਾਂ ਨੂੰ ਵੀ ਖਾਸ ਤੌਰ 'ਤੇ ਬੇਨਤੀ ਹੈ ਜਿਹੜੇ ਇਹ ਸੋਚਦੇ ਨੇ ਵੀ ਪੜ੍ਹਾਈ ਲਿਖਾਈ ਦਾ ਮਤਲਬ ਸਿਰਫ ਨੌਕਰੀ ਹੁੰਦਾ, ਇਹ ਜ਼ਰੂਰੀ ਨਹੀਂ ਹੁੰਦਾ। ਹਰ ਬੰਦਾ ਆਪਣੀ ਲੋੜ ਦੇ ਲਈ ਵੀ ਪੜ੍ਹ ਸਕਦਾ ਆ, ਇਹ ਵੀ ਪੜ੍ਹ ਸਕਦਾ ਹੈ ਕਿ ਮੈਂ ਇਸ ਤੋਂ ਬਾਅਦ ਨੌਕਰੀ ਕਰਨੀ ਆ, ਜਾਂ ਸਿਰਫ ਇਸ ਕਰਕੇ ਵੀ ਪੜ੍ਹ ਸਕਦਾ ਕਿਉਂਕਿ ਉਹਨੂੰ ਪੜ੍ਹਨਾ ਚੰਗਾ ਲੱਗਿਆ ਸੀਗਾ, ਉਹਦਾ ਇਹ ਸ਼ੌਂਕ ਸੀਗਾ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਮੈਂ ਤੇ ਰੁਪਿੰਦਰ ਭੈਣ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲ 'ਤੇ ਗੱਲ ਲੈ ਕੇ। ਤਦ ਤੱਕ ਦੇ ਲਈ ਬੀ ਸੋਸ਼ਲ ਦੇ ਨਾਲ ਜੁੜੇ ਰਹੋ। ਸਤਿ ਸ਼੍ਰੀ ਅਕਾਲ।